सतगुर की जिसनों मत आवे सो सतगुर माही समाना। एह बाणी जो जियों जाने तिस अंतर रवे हरनामा। बाणी गुरु गुरु है बाणी विच बाणी अमृत सारे। गुरबाणी कहे सेवक जन मानै पर तख गुरु निस्तारै। बाणी बिरलो विचार सी जे को गुरमुख होए। एह बाणी महापुरख की निज कर वासा होए। मारो महल्ला तीजा आद जुगाद दयापत दाता। पूरे गुर कै शब्द पछाता तुदनो सेवैं से तुझे समावैं। तू आपे मेल मिलाएंदा अगम अगोचर कीमत नहीं पाई। जी जंत तेरी शरण आई ज्यों तुद पावै तिवें चलावैं। तू आपे मार्ग पाएंदा है पी साचा होसी सोई। आपे साजे अवर न कोई सबना सार करे सुख दाता। आपे रिजक पहुँचाएंदा अगम अगोचर अलख अपारा। कोई न जाने तेरा परवारा। अपना आप पछाणे आपे गुरमती आप बुझाएंदा। पताल पुरिया लो अकारा तिस विच वरत हुक्म करारा। हुक्म
हुक्मे साजे हुक्मे टाहे, हुक्मे मेल मिलाएंदा, हुक्म बूझै सो हुक्म सलाहे, अगम अगोचर वे परवाहे, जेहि मत देहें सो होवै, तू आपे शब्द बुझाएंदा, अन दिन आरजा छिजदी जाए, रहन दिनस दोए साखी आए, मन मुख अंध न चेत मूड़ा, सिर ऊपर काल रुआएंदा, मन तन शीतल गुर चरणी लागा, अंतर परम गया पौ पागा, सदा आनंद सचे गुण गावे, सच बाणी बुलाएंदा, मन तन शीतल गुर चरणी लागा, अंतर परम गया पागा, सदा आनंद सचे गुण गावे, सच बाणी बुलाएंदा। वाहिगुरु जी का खालसा, वाहिगुरु जी की फतेह। ये पावन शब्द जिस दे 16 पदे हैं, पहले 8 पदियां दी विचार ज्ञानी प्रतपाल सिंह जी दुख निवारण साहब पटियाला आप जी नूं सरवण करवाउणगे। 2 दिन उन्हां दा सेवा दा समा है साडे पास। जगत गुरु गुरु नानक देव पातशाह महाराज जी का प्रकाश पुरब 4 नवंबर नूं है। बंदी छोड़ दिवस दीपावली का पुरब 19 अक्तूबर नूं है। आप जी ने सेवा करके हाजरियां भर के गुरु कियां बख्शिशां प्राप्त करनियां जी। वाहिगुरु जी का खालसा, वाहिगुरु जी की फतेह। वाहिगुरु जी। माधो जल की प्यास न जाए, जल मह अगन उठी अधकाए। माधो जल की प्यास न जाए, जल मह अगन उठी अधकाए। तू जल निध हो जल का मीन, जल मैं रहूं जल बिन खीन। तू पिंजर हो सुवटा तोर, जम मंजार कहाँ करे मोर।
ਤੂੰ ਤਰਵਰ ਹਉ ਪੰਖੀ ਆਹੇ। ਮੰਦ ਭਾਗੀ ਤੇਰੋ ਦਰਸ਼ਨ ਨਾਹੇ। ਤੂੰ ਸਤ ਗੁਰ ਹਉ ਨੌਤਨ ਚੇਲਾ। ਕਹਿ ਕਬੀਰ ਮਿਲ ਅੰਤ ਕੀ ਬੇਲਾ। ਤੂੰ ਸਤ ਗੁਰ ਹਉ ਨੌਤਨ ਚੇਲਾ। ਕਹਿ ਕਬੀਰ ਮਿਲ ਅੰਤ ਕੀ ਬੇਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ, ਗੁਰੂ ਰੰਗ ਚ ਰੰਗੀ ਹੋਈ, ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਧੰਤਾ ਦੇ ਪਾਤਰ ਹੋ ਅੱਠਵੇਂ ਪਾਤਸ਼ਾਹ ਅਸ਼ਟਮ ਬਲਬੀਰਾ ਬਾਲਾ ਪ੍ਰੀਤਮ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਕ੍ਰਿਸ਼ਨ ਵਰਤਮਾ ਸ੍ਰੀ ਹਰਿਕ੍ਰਿਸ਼ਨ। ਕ੍ਰਿਸ਼ਨ ਅਗਨੀ ਨੂੰ ਵੀ ਕਹਿੰਦੇ ਨੇ। ਜਿਵੇਂ ਜੰਗਲ ਵਿੱਚ ਅੱਗ ਲੱਗਦੀ ਹੈ ਤੇ ਸਾਰੇ ਜੰਗਲ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਮਹਾਕਵੀ ਕਵਿਰਾਜ ਭਾਈ ਸੰਤੋਖ ਸਿੰਘ ਜੀ ਨੇ ਇਹ ਬਚਨ ਲਿਖੇ ਹਨ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਿੱਖਾਂ ਦੇ ਦੁੱਖਾਂ ਰੂਪੀ ਜੰਗਲ ਵਾਸਤੇ ਅਗਨੀ ਦੇ ਸਮਾਨ ਹਨ। ਕ੍ਰਿਸ਼ਨ ਵਰਤਮਾ ਸ੍ਰੀ ਹਰਿਕ੍ਰਿਸ਼ਨ ਅਗਨੀ ਦੇ ਸਮਾਨ ਹਨ। ਜਿਵੇਂ ਅੱਗ ਜੰਗਲ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ, ਇਸੇ ਤਰ੍ਹਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਪਣੇ ਸਿੱਖਾਂ ਦੇ ਦੁੱਖਾਂ ਨੂੰ ਸਾੜ ਕੇ ਸਵਾਹ ਕਰ ਦਿੰਦੇ। ਤਦੇ ਕਲਗੀਧਰ ਪਾਤਸ਼ਾਹ ਜੀ ਵੀ ਕਹਿੰਦੇ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਜਿਨ੍ਹਾਂ ਦੇ ਦਰਸ਼ਨ ਕੀਤਿਆਂ ਦੀਦਾਰ ਕੀਤਿਆਂ ਸਾਰੇ ਦੁੱਖ ਨਸ਼ਟ ਭ੍ਰਸ਼ਟ ਹੋ ਜਾਂਦੇ। ਐਸੇ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਸਥਾਨ ਤੇ ਦੀਨ ਤੇ ਦੁਨੀਆ ਦੇ ਮਾਲਕ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਚ ਸਜੇ ਹੋਏ ਅੰਮ੍ਰਿਤ ਵੇਲੇ ਦੇ ਦੀਵਾਨਾਂ ਚ ਜੁੜ ਕੇ ਸਰਬ ਆਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਸਤਿਗੁਰਾਂ ਦੇ ਹਜ਼ੂਰੀ ਕੀਰਤਨੀਏ ਸਿੰਘਾਂ ਪਾਸੋਂ ਆਪ ਜੀ ਨੇ ਸਰਵਣ ਕੀਤੇ ਹਨ। ਸਾਹਿਬ ਜੀ ਦੇ ਇਸ ਪਵਿੱਤਰ ਸਥਾਨ ਤੇ ਜੋ ਆਦਿ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਲੜੀਵਾਰ ਕਥਾ ਚੱਲ ਰਹੀ ਹੈ, ਉਸ ਦਾ ਪਾਵਨ ਪਵਿੱਤਰ ਸ਼ਬਦ ਦਾ ਪਾਠ ਸਤਿਗੁਰਾਂ ਦੇ ਇਸ ਪਾਵਨ ਦਰਬਾਰ ਦੇ ਹੈੱਡ ਗ੍ਰੰਥੀ ਸਾਹਿਬ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ। ਲੜੀਵਾਰ ਕਥਾ ਦੀ ਜੋ ਪਰੰਪਰਾ ਹੈ, ਮਰਿਆਦਾ ਹੈ, ਇਹ ਦਸਮੇਸ਼ ਪਾਤਸ਼ਾਹ ਗੁਰੂ ਕਲਗੀਧਰ ਜੀ ਨੇ ਗੁਰੂ ਕਾਂਸ਼ੀ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਪ੍ਰਾਰੰਭ ਕੀਤੀ। 48 ਸਿੰਘਾਂ ਨੇ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਕਥਾ ਸਤਿਗੁਰਾਂ ਪਾਸੋਂ ਸਰਵਣ ਕੀਤੀ ਸੀ। ਉਸ ਦਾ ਪੁੰਨ ਪ੍ਰਾਪਤ ਹੋਇਆ ਕਿ 48 ਦੇ 48 ਸਿੰਘ ਬਦੇ ਮੁਕਤ ਹੋ ਗਏ। ਉਹਨਾਂ ਵਿੱਚੋਂ 2 ਸਿੰਘ ਸ਼ਹੀਦ ਭਾਈ ਮਨੀ ਸਿੰਘ ਜੀ ਔਰ ਸ਼ਹੀਦ ਬਾਬਾ ਦੀਪ ਸਿੰਘ ਜੀ,
ਇਹਨਾਂ ਨੂੰ ਕਲਗੀਧਰ ਨੇ ਹੁਕਮ ਕੀਤਾ ਕਿ ਜੋ ਅਰਥ ਜੋ ਕਥਾ ਅਸੀਂ ਤੁਹਾਨੂੰ ਸਰਵਣ ਕਰਾਈ ਹੈ ਇਹ ਅੱਗੇ ਤੁਸੀਂ ਸਿੱਖਾਂ ਨੂੰ ਪੜ੍ਹਾਓ। ਉੱਥੋਂ ਫਿਰ 2 ਟਕਸਾਲਾਂ ਚੱਲੀਆਂ। ਸੋ ਲੜੀਵਾਰ ਕਥਾ ਦਾ ਬੜਾ ਵੱਡਾ ਪੁੰਨ ਹੈ, ਮਹਾਤਮ ਹੈ ਇਸ ਪਵਿੱਤਰ ਪਾਵਨ ਅੰਮ੍ਰਿਤ ਕਥਾ ਨੂੰ ਵਿਚਾਰਨ ਦਾ। ਆਓ ਆਲੇ ਦੁਆਲੇ ਦੀਆਂ ਵਿਚਾਰਾਂ ਕਰਨ ਦੀ ਬਜਾਏ ਆਪਾਂ ਗੁਰਬਾਣੀ ਦੀ ਵਿਚਾਰ ਨਾਲ ਜੁੜੀਏ ਤਾਂ ਜੋ ਇਹ ਸਮਾਂ ਸਫਲ ਹੋ ਜਾਏ, ਸਾਡਾ ਗਾਵਿਆ ਸੁਣਿਆ ਥਾਂ ਪੈ ਜਾਵੇ। ਮਨ ਬਿਰਤੀਆਂ ਇਕਾਗਰ ਕਰੋ। ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦੇ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜਦੇ ਹੋਇਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਤੀਜਾ। ਆਦ ਜੁਗਾਦ ਦਇਆਪਤ ਦਾਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 31 ਰਾਗਾਂ ਚੋਂ ਇਹ ਰਾਗ ਹੈ ਮਾਰੂ, ਜੰਗੀ ਰਾਗ ਹੈ। ਜੰਗ ਦੇ ਮੈਦਾਨ ਵਿੱਚ ਵੀ ਇਸ ਰਾਗ ਨੂੰ ਪੂਰਿਆ ਜਾਂਦਾ, ਫੂਕਿਆ ਜਾਂਦਾ ਹੈ। ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸੋਲ੍ਹੇ ਹਨ। ਯਾਨੀ ਕਿ ਇਸ ਸ਼ਬਦ ਦੇ 16 ਬੰਦ ਨੇ। ਧੰਨ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੀ ਸਿਫਤ ਕਰਦਿਆਂ ਪੱਟ ਸਵਈਆਂ 'ਚ ਲਿਖਦੇ ਨੇ, ਗੁਰ ਅਮਰਦਾਸ ਕੀ ਅਕਥ ਕਥਾ ਹੈ ਏਕ ਜੀਹੀ ਕਛ ਕਹੀ ਨਾ ਜਾਏ। हे ਗੁਰੂ ਅਮਰਦਾਸ ਤੀਸਰੇ ਪਾਤਸ਼ਾਹ, ਆਪ ਜੀ ਦੀ ਕਥਾ ਅਕਥ ਹੈ, ਇੱਕ ਜ਼ੁਬਾਨ ਨਾਲ ਇੱਕ ਰਸਨਾ ਨਾਲ ਬਿਆਨ ਨਹੀਂ ਹੋ ਸਕਦੀ। ਸੰਸਾਰ ਦੇ ਜਿਤਨੇ ਪਦਾਰਥ ਨੇ, ਜਿਤਨੇ ਸੁਖ ਨੇ, ਧਰਮ ਅਰਥ ਕਾਮ ਮੋਕਸ਼, ਉਹ ਸਾਰੇ ਪਦਾਰਥ ਹੈ ਗੁਰੂ ਅਮਰਦਾਸ ਸਾਹਿਬ ਜੀ ਤੁਹਾਡੇ ਦਰਸ਼ਨ ਕੀਤਿਆਂ ਪ੍ਰਾਪਤ ਹੋ ਜਾਂਦੇ ਨੇ। ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੇ ਮਿਲੈ। ਐਸੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਇਹ ਪਾਵਨ ਸ਼ਬਦ ਉਚਾਰਦੇ ਨੇ, ਆਦ ਜੁਗਾਦ ਦਇਆ ਪਤ ਦਾਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਦਾ ਇੱਕ ਨਿਯਮ ਹੈ, ਜਿੱਥੇ ਤੇ ਆਦ ਕੱਲਾ ਸ਼ਬਦ ਆਵੇਗਾ ਜਾਂ ਜੁਗਾਦ ਸ਼ਬਦ ਨਖੇੜ ਕੇ ਕਿਤੇ ਆਵੇਗਾ, ਉੱਥੇ ਦਾ ਅਰਥ ਹੋਵੇਗਾ, ਆਦ ਦਾ ਅਰਥ ਹੋਵੇਗਾ ਮੁੱਢ, ਜੁਗਾਦ ਦਾ ਅਰਥ ਹੋਵੇਗਾ ਜੁਗਾਂ ਦਾ ਮੁੱਢ, ਜਦੋਂ ਯੁੱਗ ਪ੍ਰਾਰੰਭ ਹੋਏ। ਪਰ ਜਿੱਥੇ ਆਦ ਜੁਗਾਦ, ਜਿਵੇਂ ਸ਼ਬਦ ਅੱਗੇ ਆਉਂਦਾ ਆਦ ਜੁਗਾਦ ਭਗਤਨ ਕਾ ਰਾਖਾ, ਜਿਵੇਂ ਇੱਥੇ ਵੀ ਆਦ ਜੁਗਾਦ ਦਇਆ ਪਤ ਦਾਤਾ, ਜਦੋਂ ਇਹ ਦੋਵੇਂ ਸ਼ਬਦ ਇਕੱਠੇ ਆਉਣਗੇ ਤੇ ਸੰਪਰਦਾਈ ਵਿਦਵਾਨ ਇਹਦਾ ਅਰਥ ਇਕੱਠਾ ਕਰਦੇ ਨੇ, ਇਹਦਾ ਅਰਥ ਹੋ ਜਾਂਦਾ ਸਦਾ ਸਦਾ। ਜਿੱਥੇ ਇਹ ਸ਼ਬਦ ਨਖੇੜ ਕੇ ਵੱਖਰੇ ਵੱਖਰੇ ਆਉਣਗੇ, ਜਿਵੇਂ ਆਦ ਸੱਚ ਆ ਗਿਆ, ਜੁਗਾਦ ਸੱਚ ਆ ਗਿਆ, ਵੱਖਰਾ ਵੱਖਰਾ ਆ ਗਿਆ ਸ਼ਬਦ, ਉੱਥੇ ਦਾ ਅਰਥ ਹੋਵੇਗਾ ਮੁੱਢ ਤੋਂ ਤੇ ਜੁਗਾਦ ਜੁਗਾਂ ਦੇ ਆਰੰਭ ਤੋਂ। ਪਰ ਜਿੱਥੇ ਦੋਵੇਂ ਸ਼ਬਦ ਜਿੱਥੇ ਵੀ ਗੁਰਬਾਣੀ ਵਿੱਚ ਇਕੱਠੇ ਆਉਣਗੇ, ਜਿਵੇਂ ਇੱਥੇ ਇਕੱਠਾ ਆਇਆ, ਹੋਰ ਵੀ ਕਈ ਥਾਵਾਂ ਤੇ ਇਕੱਠਾ ਸ਼ਬਦ ਆਉਂਦਾ ਆਦ ਜੁਗਾਦ ਭਗਤਨ ਕਾ ਰਾਖਾ, ਉੱਥੇ ਇਹਨਾਂ ਦੋਹਾਂ ਦਾ ਅਰਥ ਹੋਵੇਗਾ ਸਦਾ ਸਦਾ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਦਾ ਸਦਾ ਦਇਆ ਦਾ ਮਾਲਕ ਹੈ, ਦਇਆ ਦਾ ਸੁਆਮੀ ਹੈ, ਦਇਆ ਪਤ, ਉਹ ਦਇਆ ਦਾ ਸੁਆਮੀ। ਉਹਦੇ ਅੰਦਰ ਹਮੇਸ਼ਾ ਸੰਸਾਰ ਦੇ ਜੀਵਾਂ ਤੇ ਦਇਆ ਵਰਤਦੀ ਹੈ। ਉਹਦੇ ਹਿਰਦੇ ਵਿੱਚ ਹਮੇਸ਼ਾ ਦਇਆ ਦੀ ਦ੍ਰਿਸ਼ਟੀ ਹਮੇਸ਼ਾ ਸੰਸਾਰ ਦੇ ਜੀਵਾਂ ਲਈ ਬਣੀ ਰਹਿੰਦੀ ਹੈ। ਉਹ ਦਇਆ ਦਾ ਪਤੀ ਹੈ, ਦਇਆ ਦਾ ਸੁਆਮੀ ਹੈ, ਦਇਆ ਦਾ ਮਾਲਕ ਹੈ। ਔਰ ਸੰਸਾਰ ਦੇ ਜਿਤਨੇ ਜੀਵ ਨੇ
ਸਭ ਨੂੰ ਦਾਤਾਂ ਦੇਣ ਵਾਲਾ ਦਾਤਾ ਹੈ। ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਫਿਰ ਕੈਸਾ ਪਿਆਰਾ ਦਾਤਾ ਹੈ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਉਹ ਦਾਤਾ ਹੈ, ਸੰਸਾਰ ਦੇ ਸਮਸਤ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇਸੇ ਦਾਤਾ ਸ਼ਬਦ ਦੀ ਵਿਆਖਿਆ ਕਰਦਿਆਂ ਆਪਣੇ ਪਵਿੱਤਰ ਪਾਵਨ ਸਵਈਆਂ ਵਿੱਚ ਬਚਨ ਕਰਦੇ ਨੇ। ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਭਾਰ, ਗਨੀਮਨ ਗਾਰੈ ਪਛ ਪਸ਼ੂ ਨਗ ਨਾਗ ਨਰਾਦਪ, ਸਰਬ ਸਮੈ ਸਭ ਕੋ ਪ੍ਰਤਪਾਰੈ। ਪੋਖਤ ਹੈ ਜਲ ਮੈਂ ਥਲ ਮੈਂ, ਪਲ ਕੇ ਕਲ ਕੇ ਨਹੀਂ ਕਰਮ ਵਿਚਾਰੈ। ਦੀਨ ਦਇਆਲ ਦਇਆ ਨਿਧ ਦੋਖਨ ਦੇਖਤ ਹੈ, ਪਰ ਦੇਤ ਨਾ ਹਾਰੈ। ਉਹ ਦੇਣ ਵਾਲਾ ਹੈ, ਸੰਸਾਰ ਦੇ ਸਮਸਤ ਜੀਵਾਂ ਨੂੰ ਦਾਤਾਂ ਦੇਣ ਵਾਲਾ ਦਾਤਾ ਹੈ। ਇਹ ਬੇਨਤੀ ਕਰ ਰਹੇ ਨੇ ਗੁਰੂ ਅਮਰਦਾਸ ਜੀ ਅਕਾਲ ਪੁਰਖ ਦੇ ਚਰਨਾਂ 'ਚ। ਸਿੱਖਾਂ ਨੇ ਬੇਨਤੀ ਕੀਤੀ, ਗੁਰੂ ਅਮਰਦਾਸ ਸਾਹਿਬ ਜੀ ਅਸੀਂ ਕੀ ਕਰੀਏ? ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਅੱਗੇ ਬੇਨਤੀ ਕਰੋ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਅੱਗੇ ਅਰਦਾਸ ਕਰੋ। ਤੇ ਅਰਦਾਸਮਈ ਸ਼ਬਦ ਨੇ, ਬੇਨਤੀਮਈ ਸ਼ਬਦ ਨੇ ਕਿ ਹੇ ਪ੍ਰਭੂ, ਤੂੰ ਸਦਾ ਸਦਾ ਦਇਆ ਕਰਨ ਵਾਲਾ, ਦਇਆ ਦਾ ਪਤੀ, ਔਰ ਦਇਆ ਕਰਕੇ ਸੰਸਾਰ ਦੇ ਸਮਸਤ ਜੀਵਾਂ ਨੂੰ ਦਾਤਾਂ ਦੇਣ ਵਾਲਾ ਦਾਤਾ ਹੈ। ਪੂਰੇ ਗੁਰ ਕੈ ਸ਼ਬਦ ਪਛਾਤਾ। ਹੇ ਵਾਹਿਗੁਰੂ ਜੀ, ਪੂਰੇ ਸਤਿਗੁਰਾਂ ਦੇ ਸ਼ਬਦ ਦੁਆਰਾ, ਉਪਦੇਸ਼ ਦੁਆਰਾ ਤੁਹਾਡੀ ਪਛਾਣ ਹੁੰਦੀ ਹੈ। ਪਰਮਾਤਮਾ ਦੀ ਪਛਾਣ ਦਾ ਜ਼ਰੀਆ ਤੇ ਤਰੀਕਾ ਸਾਡੇ ਕੋਲ ਇੱਕੋ ਹੈ, ਉਹ ਹੈ ਗੁਰੂ ਕਾ ਸ਼ਬਦ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਗਿਆਨ, ਸਤਿਗੁਰਾਂ ਦਾ ਸ਼ਬਦ ਸਾਨੂੰ ਬਖਸ਼ਦਾ। ਗੁਰਬਾਣੀ ਸਾਨੂੰ ਪਾਰ ਬ੍ਰਹਮ ਪਰਮੇਸ਼ਰ ਦੇ ਗਿਆਨ ਬਾਰੇ ਉਜਾਗਰ ਕਰਕੇ ਦੱਸਦੀ ਹੈ। ਨਹੀਂ ਤਾਂ ਸਾਡੇ ਕੋਲ ਐਸਾ ਹੋਰ ਕੋਈ ਵਸੀਲਾ ਨਹੀਂ, ਐਸਾ ਹੋਰ ਕੋਈ ਤਰੀਕਾ ਨਹੀਂ ਕਿ ਜਿਸ ਤਰੀਕੇ, ਜਿਸ ਵਸੀਲੇ ਦੁਆਰਾ ਅਸੀਂ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਪਛਾਣ ਸਕੀਏ। ਨਿਰੰਕਾਰ ਦੇ ਸਰੂਪ ਨੂੰ ਪਛਾਣਨ ਵਾਸਤੇ ਸਾਡੇ ਕੋਲ ਇੱਕੋ ਇੱਕ ਤਰੀਕਾ ਹੈ, ਗੁਰੂ ਕਾ ਸ਼ਬਦ। ਸਤਿਗੁਰਾਂ ਦੀ ਬਾਣੀ ਨੇ ਸਾਨੂੰ ਪਰਮੇਸ਼ਰ ਬਾਰੇ ਦੱਸਿਆ ਕਿ ਪਰਮੇਸ਼ਰ ਹੈ, ਤੇ ਅਸੀਂ ਸਤ ਕਰਕੇ ਮੰਨਿਆ ਕਿ ਹਾਂ, ਜੇ ਸਤਿਗੁਰਾਂ ਦੀ ਬਾਣੀ ਕਹਿ ਰਹੀ ਹੈ ਤਾਂ ਹਾਂ, ਪਰਮਾਤਮਾ ਦਾ ਸਰੂਪ ਹੈ। ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦਾ ਬੋਧ ਗੁਰਬਾਣੀ ਬਖਸ਼ਦੀ ਹੈ। ਗੁਰਬਾਣੀ ਇਸ ਜਗਤ ਵਿੱਚ ਚਾਨਣਾ ਹੈ, ਪ੍ਰਕਾਸ਼ ਹੈ, ਰੌਸ਼ਨੀ ਹੈ, ਜਿਸ ਰੌਸ਼ਨੀ ਵਿੱਚ, ਜਿਸ ਪ੍ਰਕਾਸ਼ ਵਿੱਚ ਅਸੀਂ ਪਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰਦੇ ਹਾਂ। ਹੋਰ ਕੋਈ ਤਰੀਕਾ ਨਹੀਂ, ਹੋਰ ਕੋਈ ਜ਼ਰੀਆ ਨਹੀਂ ਨਿਰੰਕਾਰ ਪਰਮੇਸ਼ਰ ਦੀ ਹੋਂਦ ਨੂੰ ਮਹਿਸੂਸ ਕਰਨ ਦਾ। ਇਸ ਕਰਕੇ ਲਿਖਦਿਆਂ ਲਿਖਦਿਆਂ ਮੇਰੇ ਪਾਤਸ਼ਾਹ ਵੀ ਕਹਿ ਦਿੰਦੇ ਨੇ ਕਿ ਅਸਲ ਵਿੱਚ ਗੁਰਬਾਣੀ ਹੀ ਪਰਮਾਤਮਾ ਦਾ ਸਰੂਪ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਸਤਿਗੁਰਾਂ ਦੀ ਬਾਣੀ ਹੀ ਪਰਮਾਤਮਾ ਦਾ ਸਰੂਪ ਹੈ, ਕਿਉਂਕਿ ਬਾਣੀ ਨੇ ਸਾਨੂੰ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦਾ ਗਿਆਨ ਕਰਾਇਆ। ਤੋ ਇੱਥੇ ਗਰੀਬ ਨਵਾਜ ਦਇਆਨਿਧ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਕਿ ਸਤਿਗੁਰਾਂ ਦੇ ਪਵਿੱਤਰ ਸ਼ਬਦ ਦੇ ਦੁਆਰਾ ਹੀ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਨੂੰ ਗੁਰਮੁਖਾਂ ਨੇ ਪਛਾਣਿਆ ਹੈ। ਤੋਦਨੋ ਸੇਵ ਹੈ ਸੇ ਤੁਝ ਹੈ ਸਮਾਵ ਹੈ, ਤੂੰ ਆਪੇ ਮੇਲ ਮਿਲਾਏ ਦਾ। ਹੇ ਵਾਹਿਗੁਰੂ ਜੀ, ਤੁਹਾਨੂੰ ਜਿਹੜੇ ਸੇਵਦੇ ਨੇ, ਇੱਥੇ ਸੇਵਨ ਦਾ ਅਰਥ ਹੈ ਸਿਮਰਨਾ। ਇੱਥੇ ਸੇਵਨ ਦਾ ਅਰਥ ਹੈ ਅਕਾਲ ਪੁਰਖ ਪਰਮਾਤਮਾ ਨੂੰ ਆਰਾਧਨਾ, ਉਹਦੇ ਨਾਮ ਦਾ ਚਿੰਤਨ ਕਰਨਾ, ਉਹਦੇ ਨਾਮ ਦਾ ਅਭਿਆਸ ਕਰਨਾ, ਉਹਦੇ ਨਾਮ ਨੂੰ ਪੁਨः ਪੁਨः ਆਰਾਧਨਾ। ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਪਵਿੱਤਰ ਪਾਵਨ ਨਾਮ ਨੂੰ ਜਿਹੜੇ ਸੇਵਦੇ ਨੇ, ਯਾਨੀ ਕਿ ਨਾਮ ਤੇ ਨਾਮੀ ਵਿੱਚ ਫਰਕ ਨਹੀਂ ਹੈ। ਨਿਰੰਕਾਰ ਦਾ ਨਾਮ ਹੀ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਹੈ।
ਅਕਾਲ ਪੁਰਖ ਦਾ ਸਵਰੂਪ ਹੈ। ਨਾਮ ਨਾਮੀ ਵਿੱਚ ਕਦੇ ਵੀ ਭੇਦ ਨਹੀਂ ਜਾਣਨਾ। ਤੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਿਹੜੇ ਸੇਵਦੇ ਨੇ, ਹੇ ਵਾਹਿਗੁਰੂ ਤੈਨੂੰ ਸੇਵ ਕੇ ਉਹ ਤੇਰੇ ਵਰਗੇ ਹੀ ਹੋ ਜਾਂਦੇ ਨੇ, ਤੇਰੇ ਵਿੱਚ ਹੀ ਸਮਾ ਜਾਂਦੇ ਨੇ। ਖਾਲਸਾ ਜੀ, ਜੈਸਾ ਕਿਸੇ ਨੂੰ ਕੋਈ ਸੇਵ ਕੇ ਆਰਾਧਦਾ ਹੈ ਉਹ ਉਹੋ ਜਿਹਾ ਹੋ ਜਾਂਦਾ ਹੈ। ਜਿਸ ਦਾ ਕੋਈ ਚਿੰਤਨ ਕਰਦਾ, ਜਿਸ ਨੂੰ ਕੋਈ ਯਾਦ ਕਰਦਾ, ਜਿਸ ਨੂੰ ਚੇਤੇ ਕਰਦਾ, ਉਹਦੀਆਂ ਆਦਤਾਂ ਉਹਦੇ ਵਿੱਚ ਆਉਣੀਆਂ ਸ਼ੁਰੂ ਹੋ ਜਾਂਦੀਆਂ, ਉਹਦਾ ਸੁਭਾਅ ਉਹਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ। ਇਸ ਕਰਕੇ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਗੁਰਮੁਖ ਨਾਮ ਜਪਦਿਆਂ ਜਪਦਿਆਂ, ਨਾਮ ਦੀ ਆਰਾਧਨਾ ਕਰਦਿਆਂ ਕਰਦਿਆਂ, ਸਿਮਰਦਿਆਂ ਸਿਮਰਦਿਆਂ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੀ ਸਵਰੂਪ ਹੋ ਜਾਂਦੇ ਨੇ। ਉਹ ਪਰਮੇਸ਼ਰ ਵਿੱਚ ਹੀ ਇੱਕਮਿਕ ਹੋ ਜਾਂਦੇ ਨੇ। ਔਰ ਹੇ ਵਾਹਿਗੁਰੂ ਜੀ, ਜਿੱਥੇ ਉਹ ਤੁਹਾਡੇ ਵਿੱਚ ਸਮਾ ਜਾਂਦੇ ਨੇ, ਅਭੇਦ ਹੋ ਜਾਂਦੇ ਨੇ, ਤੂੰ ਆਪੇ ਮੇਲ ਮਿਲਾਏਂਦਾ। ਹੇ ਸਾਹਿਬ ਜੀ, ਤੁਸੀਂ ਆਪ ਹੀ ਗੁਰੂ ਦੇ ਦੁਆਰਾ ਉਹਨਾਂ ਗੁਰਮੁਖਾਂ ਨੂੰ ਆਪਣੇ ਨਾਲ ਮਿਲਾ ਲੈਂਦੇ ਹੋ। ਜਾਂ ਇਸ ਤਰ੍ਹਾਂ ਵੀ ਮਹਾਂਪੁਰਸ਼ ਅਰਥ ਕਰਦੇ ਨੇ ਕਿ ਹੇ ਅਕਾਲ ਪੁਰਖ ਜੀ, ਤੁਸੀਂ ਆਪ ਹੀ ਦਇਆ ਕਰਕੇ ਜੀਵਾਂ ਤੇ ਉਹਨਾਂ ਨੂੰ ਸਾਧ ਸੰਗਤ ਦਾ ਮੇਲ ਮਿਲਾਉਂਦੇ ਹੋ। ਆ ਜੋ ਸਤ ਸੰਗਤ ਵਿੱਚ ਤੁਸੀਂ ਸਮੂਹ ਮਾਈ ਭਾਈ ਜੁੜੇ ਬੈਠੇ ਹੋ, ਇਹ ਕੋਈ ਸਾਡਾ ਆਪਣਾ ਤਾਣ ਜਾਂ ਆਪਣਾ ਜ਼ੋਰ ਨਹੀਂ ਹੈ। ਸਤਿਗੁਰਾਂ ਦੀ ਦਇਆ ਨਾਲ, ਸਤਿਗੁਰਾਂ ਦੀ ਕਿਰਪਾ ਨਾਲ ਅਸੀਂ ਸਤਿਗੁਰਾਂ ਦੀ ਹਜ਼ੂਰੀ 'ਚ ਜੁੜੇ ਬੈਠੇ ਹਾਂ। ਇਹ ਸਤਿਗੁਰਾਂ ਦੀ ਦਇਆ ਹੈ। ਕਈ ਸੱਜਣ ਪੁੱਛਦੇ ਨੇ, ਅਸੀਂ ਕਿਵੇਂ ਜਾਣੀਏ ਕਿ ਸਤਿਗੁਰੂ ਜੀ ਨੇ ਸਾਡੇ ਤੇ ਦਇਆ ਕੀਤੀ ਹੈ? ਇਹ ਸਤਿਗੁਰਾਂ ਦੀ ਬੜੀ ਵੱਡੀ ਦਇਆ ਹੈ। ਉਹਦੀ ਦਇਆ ਦੀ ਨਿਸ਼ਾਨੀ ਹੈ ਕਿ ਅਸੀਂ ਸਤਿਗੁਰਾਂ ਦੀ ਸੰਗਤ ਵਿੱਚ ਜੁੜੇ ਬੈਠੇ ਹਾਂ, ਸਾਹਿਬ ਦਾ ਜਸ ਸੁਣ ਰਹੇ ਹਾਂ, ਮਹਾਰਾਜ ਜੀ ਦੀ ਗੁਰਬਾਣੀ ਸੁਣ ਰਹੇ ਹਾਂ, ਪੜ੍ਹ ਰਹੇ ਹਾਂ, ਵਿਚਾਰ ਰਹੇ ਹਾਂ। ਇਸ ਕਰਕੇ ਹੇ ਸਾਹਿਬ ਜੀ, ਤੁਸੀਂ ਆਪ ਹੀ ਤਰਸ ਕਰਕੇ, ਦਇਆ ਕਰਕੇ ਜਿਨ੍ਹਾਂ ਜੀਵਾਂ ਨੂੰ ਸਤ ਸੰਗਤ ਦਾ ਮੇਲ ਮਿਲਾਉਂਦੇ ਜੇ, ਉਹੀ ਸਤ ਸੰਗਤ ਵਿੱਚ ਮਿਲਦੇ ਹਨ। ਅਗਮ ਅਗੋਚਰ ਕੀਮਤ ਨਹੀਂ ਪਾਈ। ਹੇ ਵਾਹਿਗੁਰੂ, ਤੂੰ ਅਗੰਮ ਹੈ। ਅਗੰਮ ਦਾ ਮਤਲਬ ਹੈ ਅਪਹੁੰਚ। ਜਿਹਦੇ ਤੱਕ ਸਾਡਾ ਮਨ, ਸਾਡਾ ਇਹ ਸਰੀਰ ਨਾ ਪਹੁੰਚ ਸਕੇ, ਉਹਨੂੰ ਕਹਿੰਦੇ ਨੇ ਅਗੰਮ, ਅਪਹੁੰਚ, ਪਹੁੰਚ ਤੋਂ ਪਰੇ। ਮਨ ਬਾਣੀ ਕਰਕੇ ਅਸੀਂ ਉਹਦੇ ਤੱਕ ਨਹੀਂ ਪਹੁੰਚ ਸਕਦੇ, ਇਸ ਕਰਕੇ ਉਹਨੂੰ ਕਿਹਾ ਅਗੰਮ। ਅਗੋਚਰ, ਗੋਚਰ ਨਾਮ ਹੈ ਇੰਦਰੀਆਂ ਦਾ। ਸਾਡੀਆਂ ਅੱਖਾਂ, ਕੰਨ, ਨਾਸਕਾ, ਜ਼ੁਬਾਨ, ਹੱਥ, ਪੈਰ, ਇਹ ਜਿਹੜੀਆਂ ਇੰਦਰੀਆਂ ਨੇ, ਇਹਨਾਂ ਨੂੰ ਗੋਚਰ ਕਹਿੰਦੇ ਨੇ। ਪਰਮਾਤਮਾ ਇਹਨਾਂ ਇੰਦਰੀਆਂ ਦਾ ਵਿਸ਼ਾ ਨਹੀਂ ਹੈ। ਇਹ ਸਥੂਲ ਇੰਦਰੀਆਂ ਨੇ, ਪਾਰਬ੍ਰਹਮ ਪਰਮੇਸ਼ਰ ਸੂਖਸ਼ਮ ਤੋਂ ਸੂਖਸ਼ਮ ਹੈ। ਇਸ ਕਰਕੇ ਇਹਨਾਂ ਇੰਦਰੀਆਂ ਤੋਂ ਵੀ ਆਤੀਤ ਹੈ, ਉਹਨੂੰ ਕਹਿੰਦੇ ਨੇ ਅਗੋਚਰ। ਪਰ ਮੇਰੇ ਸਾਹਿਬ ਜੀ ਕਹਿੰਦੇ ਉਸ ਨੂੰ ਪਕੜਨ ਦਾ ਇੱਕੋ ਇੱਕ ਤਰੀਕਾ ਹੈ, ਜੋ ਅਗੰਮ ਹੈ, ਅਗੋਚਰ ਹੈ, ਉਹਨੂੰ ਪਕੜਨ ਦਾ ਤਰੀਕਾ ਹੈ ਗੁਰੂ ਕਾ ਸ਼ਬਦ। ਅਗੰਮ ਅਗੋਚਰ ਪਕੜਿਆ ਗੁਰ ਸ਼ਬਦੀ। ਜੋ ਸਾਡੇ ਸਰੀਰ ਕਰਕੇ ਅਗੰਮ ਹੈ, ਸਾਡੀਆਂ ਇੰਦਰੀਆਂ ਕਰਕੇ ਅਗੋਚਰ ਹੈ, ਉਹਨੂੰ ਅਗਰ ਪਕੜਿਆ ਜਾ ਸਕਦਾ ਤਾਂ ਕੇਵਲ ਗੁਰੂ ਦੇ ਸ਼ਬਦ ਦੁਆਰਾ। ਗੁਰੂ ਦੇ ਸ਼ਬਦ ਦੁਆਰਾ ਉਹ ਪਾਰ ਬ੍ਰਹਮ ਪਰਮੇਸ਼ਰ ਪਕੜ ਵਿੱਚ ਆਉਂਦਾ, ਸਾਡੇ ਜ਼ਿਹਨ ਵਿੱਚ, ਸਾਡੀ ਸੁਰਤੀ ਵਿੱਚ ਆਉਂਦਾ। ਹੋਰ ਕੋਈ ਤਰੀਕਾ ਨਹੀਂ। ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕਰਕੇ ਹਟਿਆ ਕਿ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਦੇ ਸਵਰੂਪ ਦਾ ਗਿਆਨ ਕੇਵਲ ਤਾਂ ਕੇਵਲ ਗੁਰਬਾਣੀ ਦੁਆਰਾ ਹੁੰਦਾ। ਸਤਿਗੁਰਾਂ ਦੀ ਬਾਣੀ ਤੋਂ ਬਿਨਾਂ ਨਿਰੰਕਾਰ ਪਰਮੇਸ਼ਰ ਦੇ ਸਵਰੂਪ ਦਾ ਬੋਧ ਸਬੋਧ ਪ੍ਰਾਪਤ ਨਹੀਂ ਹੋ ਸਕਦਾ। ਵਾਹਿਗੁਰੂ ਪਰਮੇਸ਼ਰ ਜੀਓ, ਤੁਸੀਂ ਅਗੰਮ ਹੋ, ਅਗੋਚਰ ਹੋ, ਤੁਹਾਡੀ ਕੀਮਤ ਨਹੀਂ ਪਾਈ ਜਾ ਸਕਦੀ, ਤੁਹਾਡਾ ਮੋਲ ਨਹੀਂ ਪਾਇਆ ਜਾ ਸਕਦਾ। ਹਾਲਾਂਕਿ ਮੁੱਲ ਕਹਿਣ ਦੇ ਵਿੱਚ ਤਾਂ ਖਾਲਸਾ ਜੀ ਕੋਈ ਜ਼ੋਰ ਨਹੀਂ ਲੱਗਦਾ, ਮੁੱਲ ਦੇਣ ਦੇ ਵਿੱਚ ਤਾਂ ਸਾਡੀ ਖੇਚਲਾ ਹੈ। ਪਰ ਜੇ ਮੁੱਲ ਕਹਿਣਾ ਹੋਵੇ ਤੇ ਮੁੱਲ ਆਂਕਣਾ ਹੀ ਹੈ, ਜ਼ੁਬਾਨ ਨਾਲ ਕਹਿਣਾ ਹੀ ਹੈ, ਅਰਬ ਖਰਬ ਨੀਲ ਪਦਮ ਕੁਝ ਵੀ ਕਹਿ ਸਕਦੇ ਹਾਂ। ਪਰ ਹੇ ਵਾਹਿਗੁਰੂ,
ਤੇਰਾ ਮੁੱਲ ਤੇਰੀ ਕੀਮਤ ਕਹੀ ਵੀ ਨਹੀਂ ਜਾ ਸਕਦੀ, ਵਖਿਆਨ ਵੀ ਨਹੀਂ ਕੀਤੀ ਜਾ ਸਕਦੀ। ਤੇਰੀ ਕੀਮਤ ਪਰੇ ਤੋਂ ਪਰੇ ਹੈ। ਜੀ ਜੰਤ ਤੇਰੀ ਸਰਣਾਈ। हे ਵਾਹਿਗੁਰੂ, ਸੰਸਾਰ ਦੇ ਜਿਤਨੇ ਜੀ ਤੇ ਜੰਤ, ਗੁਰਬਾਣੀ ਵਿੱਚ ਜੀ ਸ਼ਬਦ ਦੇ ਅਰਥ ਪ੍ਰਕਰਣ ਦੇ ਮੁਤਾਬਕ ਕਈ ਥਾਵਾਂ ਤੇ ਹੋਰ ਢੰਗ ਨਾਲ ਵੀ ਆਏ ਨੇ। ਇੱਕ ਥਾਂ ਤੇ ਜੀ ਦਾ ਅਰਥ ਹੈ ਜੀੜਾ, ਹਿਰਦਾ, ਜਿੱਥੇ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਨੇ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ। ਉੱਥੇ ਵੀ ਜੱਜੇ ਨੂੰ ਬਿਹਾਰੀ ਤੇ ਐੜਾ ਸ਼ਬਦ ਆਉਂਦਾ, ਉਹਦਾ ਉੱਥੇ ਅਰਥ ਹੈ ਜੀੜਾ, ਹਿਰਦਾ। ਜਿੱਥੇ ਜੀ ਜੰਤ ਸ਼ਬਦ ਦੋਵੇਂ ਇਕੱਠੇ ਆਉਣਗੇ, ਇੱਥੇ ਅਰਥ ਹੋਵੇਗਾ ਜੀਵ, ਸਥੂਲ ਜੀਵ, ਵੱਡੇ ਜੀਵ, ਜਿਹੜੇ ਸੰਸਾਰ ਦੇ ਪ੍ਰਾਣਧਾਰੀ ਜੀਵ ਨੇ, ਸਰੀਰਧਾਰੀ ਜੀਵ ਨੇ। ਜੰਤ ਦਾ ਅਰਥ ਹੋਵੇਗਾ ਸੂਖਸ਼ਮ ਜੀਵ। ਜੀ ਜੰਤ ਦੋਹਾਂ ਦਾ ਵੱਖਰੋ ਵੱਖਰਾ ਅਰਥ ਹੋਵੇਗਾ, ਇਕੱਠਾ ਅਰਥ ਨਹੀਂ ਹੋਵੇਗਾ। ਜੰਤੂਆਂ ਵਿੱਚ ਬੜੇ ਬੜੇ ਸੂਖਸ਼ਮ ਜੀਵ ਆ ਜਾਂਦੇ ਨੇ, ਜਿਹੜੇ ਸਾਡੀਆਂ ਇਹਨਾਂ ਅੱਖਾਂ ਨਾਲ ਸਾਨੂੰ ਨਜ਼ਰ ਵੀ ਨਹੀਂ ਆਉਂਦੇ। ਉਹਨਾਂ ਨੂੰ ਵੇਖਣ ਵਾਸਤੇ ਪੈਰੀਸਕੋਪ ਨੇ, ਖੁਰਦਬੀਨ, ਦੂਰਬੀਨਾਂ ਨੇ, ਉਹਨਾਂ ਨਾਲ ਉਹ ਵੇਖੇ ਜਾ ਸਕਦੇ ਨੇ। ਜਿਹੜੇ ਬਹੁਤ ਹੀ ਸੂਖਸ਼ਮ ਜੀਵ ਹੁੰਦੇ ਨੇ, ਉਹਨਾਂ ਨੂੰ ਜੰਤੂ ਕਿਹਾ ਜਾਂਦਾ, ਜੰਤ ਕਿਹਾ ਜਾਂਦਾ। ਹੁਣ ਜਿਹੜਾ ਜੰਤ ਸ਼ਬਦ ਹੈ, ਕਈ ਥਾਵਾਂ ਤੇ ਗੁਰਬਾਣੀ ਵਿੱਚ ਜੰਤ ਸ਼ਬਦ ਦਾ ਅਰਥ ਵਜਾਉਣਾ ਵੀ ਆਉਂਦਾ ਹੈ। ਜੰਤਰ ਦਾ ਮਤਲਬ ਹੁੰਦਾ ਵਜਾਉਣ ਵਾਲਾ। ਜਿਹੜਾ ਵਾਜਾ ਵਜਾਇਆ ਜਾਵੇ ਉਹਨੂੰ ਕਿਹਾ ਜਾਂਦਾ ਹੈ ਜੰਤ ਵੱਜ ਰਿਹਾ ਹੈ, ਇਹ ਸਾਜ਼ ਵੱਜ ਰਿਹਾ ਹੈ। ਪਰ ਇੱਥੇ ਜੰਤ ਦਾ ਗੁਰੂ ਖਾਲਸਾ ਜੀ ਗੁਰਬਾਣੀ ਦੇ ਪ੍ਰਕਰਣ ਮੁਤਾਬਕ ਅਰਥ ਹੈ ਸੂਖਸ਼ਮ ਜੀਵ ਜਿੰਨੇ ਵੀ ਸੰਸਾਰ ਦੇ ਨੇ ਔਰ ਸਥੂਲ ਜੀਵ ਜਿੰਨੇ ਨੇ ਸੰਸਾਰ ਦੇ। ਹੇ ਵਾਹਿਗੁਰੂ, ਸਾਰੇ ਤੇਰੀ ਸ਼ਰਨ ਵਿੱਚ ਨੇ, ਤੇਰੀ ਪਨਾਹ ਵਿੱਚ ਨੇ। ਕਹਿਣ ਤੋਂ ਭਾਵ ਕਿ ਇਹਨਾਂ ਸਾਰੇ ਜੀ ਜੰਤੂਆਂ ਦਾ ਆਧਾਰ, ਆਸਰਾ ਹੇ ਨਿਰੰਕਾਰ ਤੂੰ ਆਪ ਹੈ। ਤੇਰੇ ਤੋਂ ਬਿਨਾਂ ਇਹਨਾਂ ਦਾ ਕੋਈ ਆਸਰਾ ਨਹੀਂ, ਕੋਈ ਆਧਾਰ ਨਹੀਂ। ਇਹ ਸਾਰੇ ਤੇਰੇ ਆਧਾਰ ਤੇ, ਤੇਰੇ ਆਸਰੇ ਤੇ ਟਿਕੇ ਹੋਏ ਹਨ। ਜਿਉ ਤੁਧ ਭਾਵੈ ਤਿਵੈ ਚਲਾਵਹਿ, ਤੂੰ ਆਪੇ ਮਾਰਗ ਪਾਏਦਾ। ਹੇ ਵਾਹਿਗੁਰੂ ਜੀ, ਜਿਵੇਂ ਤੁਹਾਨੂੰ ਭਾਉਂਦਾ ਹੈ, ਤੁਸੀਂ ਸੰਸਾਰ ਦੇ ਸਮਸਤ ਜੀਵਾਂ ਨੂੰ ਉਸੇ ਤਰ੍ਹਾਂ ਚਲਾਉਂਦੇ ਜੇ। ਜਿਵੇਂ ਤੁਹਾਨੂੰ ਭਾ ਰਿਹਾ ਹੈ, ਤੁਸੀਂ ਸੰਸਾਰ ਦੇ ਜੀਵਾਂ ਨੂੰ ਤਿਵੇਂ ਚਲਾ ਰਹੇ ਹੋ। ਇਹ ਜੀਵ ਉਹਾ ਕੁਝ ਕਰਦੇ ਨੇ ਜੋ ਤੁਸੀਂ ਇਹਨਾਂ ਕੋਲੋਂ ਕਰਾ ਰਹੇ ਹੋ। ਕੁਝ ਦਿਨ ਹੋਏ, ਇੱਕ ਸੱਜਣ ਮੈਨੂੰ ਮਿਲਿਆ, ਨੌਜਵਾਨ ਵੀਰ ਸੀ। ਉਹ ਕਹਿਣ ਲੱਗਾ, ਗਿਆਨੀ ਜੀ, ਮੇਰਾ ਇੱਕ ਮਿੱਤਰ ਹੈ, ਉਹਨੇ ਕੇਸ ਕਤਲ ਕਰਾਏ ਹੋਏ ਨੇ, ਤੇ ਮੈਂ ਉਹਨੂੰ ਅਕਸਰ ਕਹਿੰਦਾ ਰਹਿਣਾ ਵੀ ਤੂੰ ਕੇਸ ਰੱਖ ਲੈ, ਸਿੱਖਾਂ ਦਾ ਬੱਚਾ ਹੈ, ਤੇ ਸਿੱਖ ਦਾ ਬੱਚਾ ਕੇਸਾ ਧਾਰੀ ਚੰਗਾ ਲੱਗਦਾ, ਕੇਸ ਕੱਟ ਕੇ ਨਹੀਂ, ਸਰਦਾਰ ਹੈ। ਕਹਿੰਦੇ ਉਹ ਅੱਗੋਂ ਮੈਨੂੰ ਇੱਕ ਜਵਾਬ ਦਿੰਦਾ ਵੀ ਮੇਰੇ ਕੋਲੋਂ ਪ੍ਰਮਾਤਮਾ ਨੇ ਇਹ ਕੰਮ ਕਰਾਇਆ, ਤੇ ਜੇ ਪ੍ਰਮਾਤਮਾ ਨੇ ਮੇਰੇ ਕੋਲੋਂ ਇਹ ਕੇਸ ਕਟਵਾਏ ਨੇ ਤੇ ਮੈਂ ਰੱਖਾਂ ਕਿਵੇਂ? ਜੇ ਪਰਮੇਸ਼ਰ ਨੇ ਮੇਰੇ ਕੋਲੋਂ ਇਹ ਕੰਮ ਕਰਵਾਇਆ ਤੇ ਮੈਂ ਫਿਰ ਆਪ ਕਿਵੇਂ ਕਰ ਸਕਦਾ? ਕਹਿੰਦਾ ਉਹਦੇ ਇਸ ਜਵਾਬ ਦਾ ਮੇਰੇ ਕੋਲ ਕੋਈ ਤਰਕ ਨਹੀਂ, ਕੋਈ ਦਲੀਲ ਨਹੀਂ ਕਿ ਮੈਂ ਉਹਨੂੰ ਕੀ ਜਵਾਬ ਦਿਆਂ। ਜਦੋਂ ਇਹ ਗੱਲ ਕਹਿੰਦਾ ਤੇ ਮੇਰੇ ਕੋਲ ਕੋਈ ਵੀ ਗੱਲ ਨਹੀਂ ਰਹਿ ਜਾਂਦੀ ਕਿ ਮੇਰੇ ਕੋਲੋਂ ਤਾਂ ਪ੍ਰਮਾਤਮਾ ਨੇ ਕਰਾਇਆ। ਔਰ ਇਹੋ ਜੀ ਪਰਿਸਥਿਤੀ ਸੰਸਾਰ ਦੇ ਪਤਾ ਨਹੀਂ ਕਿੰਨੇ ਕੁ ਲੋਕਾਂ ਦੀ ਹੈ ਜਿਹੜੇ ਕਹਿੰਦੇ ਪ੍ਰਮਾਤਮਾ ਨੇ ਸਾਡੇ ਕੋਲੋਂ ਇਹ ਸਭ ਕੁਝ ਕਰਵਾਇਆ। ਇੱਕ ਗੱਲ ਮੈਂ ਇੱਥੇ ਉਦਾਹਰਣ ਦੇ ਕੇ ਸਪਸ਼ਟ ਕਰ ਦੇਣਾ ਚਾਹੁੰਦਾ, ਜਿਹੜੀ ਗੁਰਬਾਣੀ ਹੈ, ਸਤਿਗੁਰਾਂ ਦੇ ਪਾਵਨ ਬਚਨ ਨੇ, ਇਹ ਅਵਸਥਾ ਦੇ ਮੁਤਾਬਕ ਬਦਲਦੇ ਨੇ। ਵੱਖਰੀ ਵੱਖਰੀ ਅਵਸਥਾ ਦੇ ਵਿੱਚ ਇਹ ਗੁਰਬਾਣੀ ਦੇ ਵੱਖਰੇ ਵੱਖਰੇ ਭਾਵ ਅਰਥ ਖੁੱਲ੍ਹਦੇ ਨੇ।
ਇੱਕ ਜੱਜ ਜਦੋਂ ਕਿਸੇ ਨੂੰ ਸਜ਼ਾ ਕਰਦਾ ਹੈ, ਉਹ ਕਹਿੰਦਾ ਇਹਨੂੰ 10 ਸਾਲ ਦੀ 20 ਸਾਲ ਦੀ ਸਜ਼ਾ ਕੀਤੀ ਜਾਂਦੀ ਹੈ, ਤੇ ਵਾਕਈ ਉਹਦੀ ਕਹੀ ਹੋਈ ਗੱਲ ਦੇ ਮੁਤਾਬਕ ਕਿਸੇ ਵਿਅਕਤੀ ਨੂੰ, ਗੁਨਾਹਗਾਰ ਨੂੰ ਸਜ਼ਾ ਮਿਲਦੀ ਤੇ ਉਹਨੂੰ ਬੰਨਿਆ ਜਾਂਦਾ ਹੈ। ਪਰ ਉਹੀ ਗੱਲ ਇੱਕ ਸਧਾਰਨ ਵਿਅਕਤੀ ਕਿਸੇ ਨੂੰ ਕਹੇ, ਜਾ ਤੈਨੂੰ ਮੈਂ 20 ਸਾਲ ਦੀ ਸਜ਼ਾ ਕੀਤੀ, ਜਾਂ ਤੈਨੂੰ ਮੈਂ 10 ਸਾਲ ਦੀ ਸਜ਼ਾ ਕੀਤੀ, ਕਿ ਉਹਦੀ ਉਹ ਕਹੀ ਹੋਈ ਬਾਤ, ਉਹਦੀ ਕਹੀ ਹੋਈ ਗੱਲ ਦੇ ਨਾਲ ਉਸ ਵਿਅਕਤੀ ਨੂੰ ਸਜ਼ਾ ਮਿਲ ਸਕਦੀ ਹੈ? ਜੋ ਇੱਕ ਸਧਾਰਨ ਵਿਅਕਤੀ ਹੈ, ਜੱਜ ਨਹੀਂ ਹੈ, ਨੋਰਮਲ ਇਨਸਾਨ ਹੈ, ਉਹ ਕਿਸੇ ਨੂੰ ਕਹੇ ਕਿ ਤੈਨੂੰ 20 ਸਾਲ ਦੀ ਸਜ਼ਾ ਕੀਤੀ ਜਾਂਦੀ ਹੈ, ਕਿ ਉਹਦੀ ਉਸ ਕਹੀ ਹੋਈ ਗੱਲ ਦੇ ਨਾਲ ਉਹਨੂੰ 20 ਸਾਲ ਦੀ ਸਜ਼ਾ ਹੋਵੇਗੀ, 10 ਸਾਲ ਦੀ ਸਜ਼ਾ ਹੋਵੇਗੀ? ਨਹੀਂ। ਪਰ ਇੱਕ ਜੱਜ ਜੇ ਜ਼ੁਬਾਨ ਤੋਂ ਕਹਿ ਦੇਵੇ ਕਿਸੇ ਵਿਅਕਤੀ ਪ੍ਰਤੀ ਕਿ ਇਹਨੂੰ 20 ਸਾਲ ਦੀ ਸਜ਼ਾ ਕੀਤੀ ਜਾਂਦੀ ਹੈ, ਗੁਨਾਹਗਾਰ ਹੈ, ਤਾਂ ਉਹਦੀ ਕਹੀ ਹੋਈ ਗੱਲ ਤੋਂ ਉਸੇ ਵੇਲੇ ਐਕਸ਼ਨ ਹੁੰਦਾ, ਉਹਨੂੰ ਪਕੜ ਕੇ ਜੇਲ੍ਹ ਵਿੱਚ ਸੁੱਟਿਆ ਜਾਂਦਾ, ਜਿੱਡਾ ਵੱਡਾ ਮਰਜ਼ੀ ਕੋਈ ਇਨਸਾਨ ਹੋਵੇ। ਇਸੇ ਤਰ੍ਹਾਂ ਹੁਣ ਜੇ ਕੋਈ ਤੁਰਿਆ ਪਦ ਵਿੱਚ ਪਹੁੰਚਿਆ ਹੋਇਆ ਗੁਰਮੁਖੇ ਕਹੇ ਕਿ ਪ੍ਰਮਾਤਮਾ ਦੇ ਹੁਕਮ 'ਚ ਸਭ ਕੁਝ ਵਰਤ ਰਿਹਾ, ਉਹਨੇ ਜੋ ਕਰਾਇਆ ਹੈ ਮੈਂ ਕਰ ਰਿਹਾ, ਮੇਰੇ ਆਪਣੇ ਵੱਸ ਵਿੱਚ ਕੁਝ ਨਹੀਂ, ਉਹ ਕਹਿਣਾ ਇੱਕ ਜੱਜ ਦਾ ਕਹਿਣਾ ਹੈ। ਔਰ ਜੇ ਕੋਈ ਪਾਪ ਕਰਕੇ, ਅਨੇਕਾਂ ਪ੍ਰਕਾਰ ਦੇ ਗੁਨਾਹ ਕਰਕੇ, ਮਾੜਾ ਕੰਮ ਕਰਕੇ ਕਹੇ ਕਿ ਮੇਰੇ ਕੋਲੋਂ ਪ੍ਰਮਾਤਮਾ ਨੇ ਕਰਾਇਆ ਜੀ, ਉਹ ਕਹਿਣਾ ਇੱਕ ਸਧਾਰਨ ਵਿਅਕਤੀ ਦਾ ਕਹਿਣਾ, ਉਹਦੇ ਕਹਿਣ ਦਾ ਕੋਈ ਮਾਇਨਾ ਨਹੀਂ, ਕੋਈ ਅਰਥ ਨਹੀਂ ਹੈ। ਅਵਸਥਾ ਦੇ ਮੁਤਾਬਕ, ਸਟੇਜ ਦੇ ਮੁਤਾਬਕ, ਰੁਤਬੇ ਦੇ ਮੁਤਾਬਕ ਦੋਨਾਂ ਦੇ ਕਹਿਣ ਵਿੱਚ ਫਰਕ ਹੈ। ਕਹਿੰਦਾ ਜੀ ਉਹਨੂੰ ਹੁਣ ਮੈਂ ਕੀ ਜਵਾਬ ਦਿਆਂ ਜਿਹੜਾ ਮੈਨੂੰ ਕਹਿੰਦਾ ਕਿ ਮੇਰੇ ਕੋਲੋਂ ਤਾਂ ਪ੍ਰਮਾਤਮਾ ਨੇ ਕੇਸ ਕਟਾਏ ਨੇ, ਮੈਂ ਕਿਵੇਂ ਰੱਖ ਲਾਂ? ਤੇ ਮੇਰੇ ਕੋਲ ਕੇਵਲ ਇੱਕੋ ਜਵਾਬ ਬੌੜਿਆ ਕਿ ਇਹੋ ਜਿਹੇ ਇਨਸਾਨ ਵਾਸਤੇ ਤਾਂ ਕੇਵਲ ਇਹੀ ਜਵਾਬ ਹੈ ਕਿ ਉਹਦੇ ਮੂੰਹ ਤੇ ਚਪੇੜ ਮਾਰ ਕੇ ਆਖੀ, ਉਹ ਕਹੇ ਵੀ ਮੇਰੇ ਤੇ ਚਪੇੜ ਕਿਉਂ ਮਾਰੀ, ਤੇ ਤੂੰ ਆਖੀ ਮੇਰੇ ਕੋਲੋਂ ਵੀ ਪ੍ਰਮਾਤਮਾ ਨੇ ਮਰਵਾਈ ਹੈ, ਮੇਰਾ ਕੀ ਜ਼ੋਰ ਹੈ। ਫਿਰ ਉਹਨੂੰ ਆਪਣੇ ਆਪ ਇਹ ਗੱਲ ਸਮਝ ਆ ਜਾਏਗੀ, ਸੋਝੀ ਚ ਆ ਜਾਏਗੀ ਕਿ ਪ੍ਰਮਾਤਮਾ ਨੇ ਇਹਦੇ ਕੋਲੋਂ ਕੇਸ ਕਟਵਾਏ ਨੇ ਜਾਂ ਕਿਸੇ ਹੋਰ ਦੇ ਕਹਿਣ ਤੇ ਕੱਟੇ ਨੇ। ਸੋ ਕਹਿਣ ਤੋਂ ਭਾਵ ਕਿ ਮਨੁੱਖ ਪਾਪ ਵੀ ਕਰਦਾ, ਗੁਨਾਹ ਵੀ ਕਰਦਾ, ਤਾਂ ਵੀ ਪ੍ਰਮਾਤਮਾ ਤੇ ਆਰੋਪਣ ਕਰ ਦਿੰਦਾ, ਜੇ ਪ੍ਰਮਾਤਮਾ ਕਰਾ ਰਿਹਾ ਸਾਡਾ ਕੀ ਜ਼ੋਰ ਹੈ। ਜਦੋਂ ਉਹਨਾਂ ਦੇ ਨਾਲ ਕੋਈ ਘਟਨਾ ਘਟਦੀ ਆ, ਉਦੋਂ ਫਿਰ ਉਹਨਾਂ ਦੀ ਅਵਸਥਾ ਕਿਉਂ ਨਹੀਂ ਹੁੰਦੀ ਕਿ ਇਹ ਵੀ ਪ੍ਰਮਾਤਮਾ ਨੇ ਕਰਾਇਆ? ਜਦੋਂ ਕੋਈ ਉਹਨਾਂ ਨੂੰ ਕਠੋਰ ਸ਼ਬਦ ਕਹੇ, ਗਾਲਾਂ ਕੱਢੇ, ਉਹਨਾਂ ਦੀ ਨਿੰਦਾ ਕਰੇ, ਉਹਨਾਂ ਨੂੰ ਮਾਰਨ ਵਾਸਤੇ ਅੱਗੇ ਆਵੇ, ਤੇ ਫਿਰ ਕਿਉਂ ਨਹੀਂ ਕਹਿੰਦਾ ਵੀ ਇਹ ਵੀ ਪ੍ਰਮਾਤਮਾ ਕਰਾ ਰਿਹਾ? ਉਦੋਂ ਨਜ਼ਰੀਆ ਕਿਉਂ ਬਦਲ ਜਾਂਦਾ? ਉਦੋਂ ਦ੍ਰਿਸ਼ਟੀਕੋਣ ਕਿਉਂ ਬਦਲ ਜਾਂਦਾ? ਸੋ ਕਹਿਣ ਤੋਂ ਭਾਵ ਹੋ ਤਾਂ ਪ੍ਰਮਾਤਮਾ ਦੇ ਹੁਕਮ 'ਚ ਹੀ ਸਭ ਕੁਝ ਰਿਹਾ ਹੈ, ਪਰ ਜੀਵ ਇਹ ਅਵਸਥਾ ਤੱਕ ਪਹੁੰਚੇ ਤਾਂ ਇਹ ਗੱਲ ਸਮਝ ਵਿੱਚ ਪੈਂਦੀ ਹੈ। ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਉਸ ਅਵਸਥਾ 'ਚ ਪਹੁੰਚੇ ਹੋਏ ਕਹਿ ਰਹੇ ਨੇ, ਜਿਉਂ ਤੁਧ ਭਾਵੈ ਤਿਵੇਂ ਚਲਾਵੈ। ਹੇ ਵਾਹਿਗੁਰੂ, ਜਿਵੇਂ ਤੈਨੂੰ ਭਾਉਂਦਾ ਹੈ ਤੂੰ ਤਿਵੇਂ ਸਾਰੇ ਸੰਸਾਰ ਨੂੰ, ਸਾਰੀ ਕਾਇਨਾਤ ਨੂੰ ਤੂੰ ਚਲਾ ਰਿਹਾ, ਸੰਸਾਰ ਦੇ ਸਾਰੇ ਜੀਵਾਂ ਨੂੰ ਤੂੰ ਚਲਾ ਰਿਹਾ, ਆਪੇ ਮਾਰਗ ਪਾਏਂਦਾ। ਔਰ ਹੇ ਵਾਹਿਗੁਰੂ ਜੀ, ਤੁਸੀਂ ਆਪ ਹੀ ਸੰਸਾਰ ਦੇ ਜੀਵਾਂ ਨੂੰ ਗਿਆਨ ਤੇ ਭਗਤੀ ਦੇ ਮਾਰਗ ਤੇ ਪਾਉਣ ਵਾਲੇ ਹੋ। ਆਪ ਹੀ ਜੀਵਾਂ ਨੂੰ ਗਿਆਨ, ਭਗਤੀ, ਵਿਵੇਕ ਦੇ ਮਾਰਗ ਤੇ ਚਲਾਉਣ ਵਾਲੇ ਹੋ। ਜਿਹੜੇ ਭੁੱਲੇ ਹੋਏ ਨੇ, ਭਟਕੇ ਹੋਏ ਨੇ, ਉਹਨਾਂ ਭੁੱਲਿਆਂ ਤੇ ਭਟਕਿਆਂ ਹੋਇਆਂ ਨੂੰ ਤੁਸੀਂ ਮਾਰਗ ਪਾਉਣ ਵਾਲੇ ਹੋ। ਤਦੇ ਮਹਾਰਾਜ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸਤਿਗੁਰਾਂ ਦੀ ਸਿਫਤ ਕਰਦਿਆਂ ਕਹਿੰਦੇ ਨੇ, ਭੂਲੇ ਮਾਰਗ ਜਿਨ ਬਤਾਇਆ, 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 ਭੂਲੇ ਮਾਰਗ ਜਿਨ ਬਤਾਇਆ। ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਭੁੱਲਿਆਂ ਨੂੰ ਮਾਰਗ ਪਾਉਣ ਵਾਲੇ ਨੇ ਸਤਿਗੁਰੂ, ਜਿਹੜੇ ਭੁੱਲ ਗਏ ਨੇ ਆਪਣੇ ਸਵਰੂਪ ਨੂੰ। ਅਗਿਆਨ ਤੇ ਗਿਆਨ ਦੀ ਪਰਿਭਾਸ਼ਾ ਕੀ ਹੈ? ਅਗਿਆਨ ਕਿਸ ਨੂੰ ਕਹਿੰਦੇ ਨੇ? ਜੋ ਆਪਣਾ ਸਵਰੂਪ ਭੁੱਲ ਗਿਆ, ਜਿਸ ਕਰਕੇ ਭੁੱਲ ਗਿਆ ਉਹਨੂੰ ਕਹਿੰਦੇ ਨੇ ਅਗਿਆਨ।
ਔਰ ਉਸੇ ਸਰੂਪ ਨੂੰ ਜਾਣ ਲੈਣਾ ਉਹਨੂੰ ਕਹਿੰਦੇ ਨੇ ਗਿਆਨ। ਵਾਸਤਵਿਕਤਾ ਜਾਣ ਲੈਣੀ ਆਪਣੇ ਸਰੂਪ ਦੀ, ਤਿਸ ਨੂੰ ਗਿਆਨ ਕਿਹਾ ਜਾਂਦਾ ਹੈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੇ ਭੁੱਲਿਆਂ ਹੋਇਆਂ ਨੂੰ, ਜਿਹੜੇ ਅਗਿਆਨ ਕਰਕੇ ਆਪਣਾ ਸਰੂਪ ਭੁੱਲ ਗਏ ਨੇ, ਉਹਨਾਂ ਨੂੰ ਆਪਣੇ ਨਿਜ ਸਰੂਪ ਦਾ ਗਿਆਨ ਕਰਾਉਂਦੇ ਨੇ। ਸਤਿਗੁਰਾਂ ਦਾ ਮਾਰਗ ਪਾਉਣਾ ਹੈ। ਕਿਵੇਂ ਜੀਵ ਭੁੱਲੇ ਹੋਏ, ਭਰਮ ਦੇ ਵਿੱਚ ਪਏ ਹੋਏ ਹਰਿਦੁਆਰ ਦੀ ਧਰਤੀ ਤੇ ਮੇਰੇ ਸਾਹਿਬ ਗਏ, ਜਗਤ ਗੁਰੂ ਗੁਰੂ ਨਾਨਕ ਸਾਹਿਬ ਹਰ ਕੀ ਪੌੜੀ ਤੇ। ਭੁੱਲੇ ਹੋਏ ਲੋਕ, ਭਰਮ ਵਿੱਚ ਪਏ ਹੋਏ ਲੋਕ ਪਾਣੀ ਦੀਆਂ ਚੁੜੀਆਂ ਭਰ ਕੇ, ਬੁੱਕਾਂ ਭਰ ਕੇ ਸੂਰਜ ਵੱਲ ਮੂੰਹ ਕਰਕੇ ਪਾ ਰਹੇ ਨੇ। ਪੁੱਛਿਆ ਇਹ ਕੀ ਹੈ? ਕਹਿੰਦੇ ਜੀ ਪਿਤਰਾਂ ਤੱਕ ਪਹੁੰਚ ਰਿਹਾ ਹੈ। ਅੱਜ ਕੱਲ ਵੀ ਸਰਾਧਾਂ ਦੇ ਦਿਨ ਨੇ, ਕਈ ਸਿੱਖ ਵੀ ਨਾ ਸਰਾਧਾਂ ਦੇ ਦਿਨਾਂ ਦੇ ਵਿੱਚ ਯਤਨ ਕਰਦੇ ਨੇ ਕਿ ਜੀ ਲੰਗਰ ਛਕਾਈਏ ਤੇ ਸਾਡੇ ਪਿਤਰਾਂ ਕੋਲ, ਵਡੇਰਿਆਂ ਕੋਲ ਪਹੁੰਚ ਜਾਏ। ਇਹ ਯੋਗ ਨਹੀਂ ਹੈ। ਪਾਤਸ਼ਾਹ ਗੁਰਬਾਣੀ 'ਚ ਫੈਸਲਾ ਕਰਦੇ, ਜੀਵਤ ਪਿਤਰ ਨਾ ਮਾਨੈ ਕੋ, ਮੂਏ ਸਰਾਧ ਕਰਾਹੀ। ਕਿਸੇ ਕੰਮ ਦਾ ਨਹੀਂ। ਉਹਨਾਂ ਦੇ ਮਰ ਗਿਆਂ ਪਿੱਛੋਂ ਸਰਾਧ ਕਰਾਇਆ ਕਿਸੇ ਕੰਮ ਦਾ ਨਹੀਂ। ਜਿਉਂਦਿਆਂ ਜੀ ਪਾਣੀ ਵਾਸਤੇ ਤਰਸਦੇ ਰਹੇ, ਮਰਨ ਤੋਂ ਬਾਅਦ ਪਾਣੀ ਉਹਨਾਂ ਦੇ ਪਿੱਛੋਂ ਚੜਾਇਆ ਜਾ ਰਿਹਾ ਜੀ। ਅਸੀਂ ਉਹਨਾਂ ਨੂੰ ਭੇਟਾ ਕਰ ਰਹੇ ਹਾਂ ਤੇ ਜਗਤ ਗੁਰੂ ਬਾਬਾ ਜੀ ਨੇ ਉਲਟੀ ਦਿਸ਼ਾ ਵਿੱਚ ਮੂੰਹ ਕਰ ਲਿਆ। ਬੁੱਕਾਂ ਭਰ ਭਰ ਕੇ ਉਲਟੀ ਦਿਸ਼ਾ ਵੱਲ, ਲਹਿੰਦੇ ਵੱਲ ਮੂੰਹ ਕਰਕੇ ਪਾਣੀ ਪਾ ਰਹੇ ਨੇ। ਪੁੱਛਣ ਵਾਲਿਆਂ ਨੇ ਪੁੱਛਿਆ ਜੀ ਇਹ ਕੀ ਕਰਦੇ ਹੋ? ਕਹਿੰਦੇ ਆਪਣੇ ਖੇਤਾਂ ਨੂੰ ਪਾਣੀ ਲਾ ਰਿਹਾ। ਕਹਿੰਦੇ ਜੀ ਇਦਾਂ ਵੀ ਖੇਤਾਂ ਤੱਕ ਪਾਣੀ ਪਹੁੰਚਦਾ? ਖੇਤ ਇੰਨੀ ਦੂਰ ਨੇ। ਕਹਿੰਦੇ ਤੁਹਾਡੇ ਪਿੱਤਰ ਕਿੰਨੀ ਕੁ ਦੂਰ ਨੇ? ਕਹਿੰਦੇ ਲੱਖਾਂ ਮੀਲਾਂ ਤੇ ਕੋਹਾਂ ਤੇ। ਮਹਾਰਾਜ ਜੀ ਕਹਿੰਦੇ ਸਾਡਾ ਖੇਤ ਇੰਨੀ ਦੂਰ ਨਹੀਂ ਹੈ, ਉਹ ਤਾਂ ਕੁਝ ਕੋਹ ਦੀ ਵਾਟ ਤੇ, ਉੱਥੇ ਤੱਕ ਨਹੀਂ ਪਹੁੰਚੇਗਾ। ਕਹਿੰਦੇ ਨਹੀਂ। ਕਹਿੰਦੇ ਫਿਰ ਤੁਹਾਡਾ ਇਹ ਪਾਣੀ ਪਿੱਤਰ ਲੋਕ ਤੱਕ ਕਿਵੇਂ ਪਹੁੰਚੇਗਾ? ਬੜੇ ਸੁੰਦਰ ਢੰਗ ਨਾਲ ਉਹਨਾਂ ਭੁੱਲਿਆਂ ਤੇ ਭਟਕਿਆਂ ਹੋਇਆਂ ਨੂੰ ਸ੍ਰੇਸ਼ਟ ਮਾਰਗ ਤੇ ਪਾਇਆ। ਉੱਥੇ ਅੱਜ ਕੱਲ ਮੇਰੇ ਪਾਤਸ਼ਾਹ ਦਾ ਸਥਾਨ ਸਮੁੱਚੇ ਪੰਥ ਵੱਲੋਂ ਯਤਨ ਕੀਤਾ ਜਾ ਰਿਹਾ ਉਸ ਦੀ ਬਹਾਲੀ ਵਾਸਤੇ। ਗੁਰਦੁਆਰਾ ਗਿਆਨ ਗੋਦੜੀ ਸਾਹਿਬ, ਜਿੱਥੇ ਸਾਰਾ ਵਾਕਿਆਤ ਹੋਇਆ। ਐਸਾ ਇੱਕ ਪ੍ਰਮਾਣ ਜਾਂ ਇੱਕ ਉਦਾਹਰਣ ਨਹੀਂ ਹੈ। ਜਿੱਥੇ ਜਿੱਥੇ ਵੀ ਜੀਵ ਭੁੱਲੇ ਹੋਏ ਸਨ, ਹੁਣ ਮੁਸਲਮਾਨ ਵੀਰ ਭੁੱਲੇ ਹੋਏ ਸੀ ਕਿ ਰੱਬ ਕੇਵਲ ਮੱਕੇ 'ਚ ਰਹਿੰਦਾ, ਤੇ ਮੇਰੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉੱਥੇ ਉਹਨਾਂ ਭੁੱਲਿਆਂ ਹੋਇਆਂ ਨੂੰ ਦੱਸਿਆ ਕਿ ਰੱਬ ਕੇਵਲ ਇਸ ਮੱਕੇ ਦੀ ਚਾਰ ਦੀਵਾਰੀ 'ਚ ਨਹੀਂ ਹੈ, ਉਹ ਸੰਸਾਰ ਦੇ ਹਰ ਕੋਨੇ 'ਚ। ਜਦੋਂ ਕਹਿੰਦੇ ਜਿੱਧਰ ਰੱਬ ਨਹੀਂ ਮੇਰੇ ਪੈਰ ਉਧਰ ਕਰਦੇ, ਜਿੱਧਰ ਖੁਦਾ ਦਾ ਘਰ ਨਹੀਂ ਮੇਰੇ ਪੈਰ ਉਸ ਪਾਸੇ ਕਰਦੇ। ਇਹ ਕਹਿਣ ਦਾ ਮਤਲਬ ਇਹੀ ਸੀ ਕਿ ਖੁਦਾ ਹਰ ਥਾਂ ਤੇ ਹੈ, ਹਰ ਜਗ੍ਹਾ ਤੇ ਹੈ। ਇਹੋ ਜਿਹੇ ਕਿੰਨੇ ਹੀ ਭੁੱਲਿਆਂ ਹੋਇਆਂ ਨੂੰ ਮੇਰੇ ਪਾਤਸ਼ਾਹ ਨੇ ਮਾਰਗ ਤੇ ਪਾਇਆ, ਰਸਤੇ ਤੇ ਪਾਇਆ ਹੈ। ਹੈ ਭੀ ਸੱਚ ਹੋਸੀ ਸੋਈ। ਹੈ ਉਹ ਪਹਿਲਾਂ ਵੀ ਸੀ, ਹੁਣ ਵੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ। ਪਰਮਾਤਮਾ ਦੀ ਹੋਂਦ, ਅਕਾਲ ਪੁਰਖ ਪਰਮੇਸ਼ਰ ਦਾ ਵਜੂਦ ਤਿੰਨਾਂ ਕਾਲਾਂ ਵਿੱਚ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਹੈ ਭੀ ਹੋਸੀ, ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਹਿਲਾਂ ਵੀ ਸੀ, ਹੁਣ ਵੀ ਹੈ, ਤੇ ਉਹ ਸੱਚ ਸਰੂਪ ਅਕਾਲ ਪੁਰਖ ਵਾਹਿਗੁਰੂ ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ। ਆਪੇ ਸਾਜੇ ਅਵਰ ਨਾ ਕੋਈ। ਮੇਰਾ ਉਹ ਦਾਤਾ ਆਪ ਹੀ ਸੰਸਾਰ ਦੇ ਸਮਸਤ ਜੀਵਾਂ ਨੂੰ ਸਾਜਣ ਵਾਲਾ ਹੈ, ਬਣਾਉਣ ਵਾਲਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕੋਈ ਦੂਸਰਾ ਸਾਜਣ ਵਾਲਾ ਨਹੀਂ। ਉਹ ਆਪ ਹੀ ਕਰਤਾ ਹੈ, ਆਪ ਹੀ ਸਾਰੀ ਪ੍ਰਕਿਰਤੀ ਨੂੰ, ਸਾਰੇ ਸੰਸਾਰ ਨੂੰ ਸਾਜਣ ਵਾਲਾ, ਬਣਾਉਣ ਵਾਲਾ। ਉਹਦੇ ਬਿਨਾਂ ਹੋਰ ਕੋਈ ਨਹੀਂ ਹੈ, ਉਹੀ ਹੈ। ਸਭਨਾ ਸਾਰ ਕਰੇ ਸੁਖ ਦਾਤਾ, ਆਪੇ ਰਿਜਕ ਪਹੁੰਚਾਏਦਾ। ਮੇਰਾ ਉਹ ਦਾਤਾ ਐਸਾ ਦਿਆਲੂ ਹੈ ਕਿ ਸੰਸਾਰ ਦੇ ਸਮਸਤ ਜੀਵਾਂ ਦੀ ਪਾਲਣਾ ਕਰਦਾ, ਸੰਭਾਲ ਕਰਦਾ। ਸਾਰ ਦਾ ਮਤਲਬ ਸੰਭਾਲਣਾ, ਸਾਰ ਲੈਣੀ।
ਵਾਹਿਗੁਰੂ ਜੀ ਸੰਸਾਰ ਦੇ ਸਮਸਤ ਜੀਵਾਂ ਦੀ ਸਾਰ ਲੈਂਦੇ ਨੇ। ਜਿੱਥੇ ਜਿੱਥੇ ਵੀ ਕੋਈ ਜੀਵ ਹੈ ਉਹਦਾ ਰਿਜ਼ਕ ਉਹਦੇ ਤੱਕ ਪਹੁੰਚਦਾ ਕਰਦੇ ਨੇ। ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜ਼ਕ ਆਗੇ ਕਰ ਧਰਿਆ। ਪੱਥਰਾਂ ਵਿੱਚ ਵੀ ਜੀਵਾਂ ਨੂੰ ਪੈਦਾ ਕਰਕੇ ਵਾਹਿਗੁਰੂ ਉਹਨਾਂ ਦੀ ਰੋਜੀ ਦਾ ਪ੍ਰਬੰਧ ਉੱਥੇ ਕਰਦਾ। ਔਖਤ ਹੈ ਜਲ ਮੈਂ ਥਲ ਮੈਂ, ਸੰਸਾਰ ਵਿੱਚ ਜਿੱਥੇ ਜਿੱਥੇ ਵੀ, ਭਾਵੇਂ ਉਹ ਪਾਣੀ ਹੈ, ਪਾਤਸ਼ਾਹ ਕਹਿੰਦੇ ਹੁਣ ਪਾਣੀ ਵਿੱਚ ਕਿਹੜਾ ਭਾਈ ਹਲ ਚੱਲਦੇ ਨੇ, ਉੱਥੇ ਕਿਹੜਾ ਦੁਕਾਨਾਂ ਚੱਲਦੀਆਂ ਨੇ, ਵਪਾਰ ਚੱਲਦਾ ਹੈ, ਪਰ ਉਸ ਪਾਣੀ ਦੇ ਵਿੱਚ ਵੀ ਸੈਂਕੜੇ ਜੀਵਾਂ ਨੂੰ ਪੈਦਾ ਕਰਕੇ ਪ੍ਰਮਾਤਮਾ ਉਹਨਾਂ ਦੀ ਰੋਜੀ ਰੋਟੀ ਦਾ ਬੰਦੋਬਸਤ ਕਰ ਰਿਹਾ ਹੈ। ਇੱਥੇ ਪਾਤਸ਼ਾਹ ਕਹਿੰਦੇ ਜਿੱਥੇ ਜਿੱਥੇ ਵੀ ਕੋਈ ਜੀਵ ਹੈ ਉਹਦਾ ਰਿਜ਼ਕ, ਉਹਦੀ ਰੋਜੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਹੁੰਚਾਉਂਦਾ ਹੈ। ਅਗਮ ਅਗੋਚਰ ਅਲਖ ਅਪਾਰਾ, ਉਹ ਵਾਹਿਗੁਰੂ ਅਗੰਮ ਹੈ, ਅਗੋਚਰ ਇੰਦਰੀਆਂ ਤੋਂ ਰਹਿਤ ਹੈ, ਨਾ ਲਖਿਆ ਜਾਣ ਵਾਲਾ, ਅਲਖ ਜਿਹਨੂੰ ਲਖਿਆ ਜਾਣਿਆ ਨਹੀਂ ਜਾ ਸਕਦਾ ਸੰਪੂਰਨ ਰੂਪ ਦੇ ਵਿੱਚ, ਅਪਾਰਾ ਜੋ ਪਾਰਾਵਾਰ ਤੋਂ ਰਹਿਤ ਹੈ। ਕੋਈ ਨਾ ਜਾਣੈ ਤੇਰਾ ਪਰਵਾਰਾ, ਹੇ ਵਾਹਿਗੁਰੂ ਤੇਰੇ ਪਾਰਾਵਾਰ ਨੂੰ ਕੋਈ ਨਹੀਂ ਜਾਣ ਸਕਦਾ, ਨਾ ਉਰਲੇ ਪਾਸੇ ਉਰਾਰ ਤੇ ਨਾ ਪਾਰਲਾ ਪਾਸਾ। ਉਰਾਰ ਪਾਰ ਤੋਂ ਰਹਿਤ ਹੈ, ਤੈਨੂੰ ਉਰਾਰ ਪਾਰ ਕਰਕੇ ਨਹੀਂ ਜਾਣਿਆ ਜਾ ਸਕਦਾ। ਆਪਣਾ ਆਪ ਪਛਾਣ ਹੈ ਆਪੇ, ਗੁਰਮਤੀ ਆਪ 부ਝਾਏਦਾ। ਹੇ ਵਾਹਿਗੁਰੂ ਆਪਣੇ ਆਪ ਨੂੰ ਤੂੰ ਆਪ ਹੀ ਪਛਾਣਦਾ। ਆਖੋ ਸਤਨਾਮ ਸ੍ਰੀ। ਉਹਨੂੰ ਪਛਾਣਨ ਵਾਲਾ ਉਹ ਆਪ ਹੀ ਹੈ, ਯਾਨੀ ਕਿ ਜਿਸ ਨੇ ਉਸ ਨੂੰ ਪਛਾਣਿਆ ਉਹ ਉਸੇ ਦਾ ਰੂਪ ਹੋ ਗਿਆ। ਉਸੇ ਦਾ ਰੂਪ ਹੋ ਕੇ ਹੀ ਉਸ ਨੂੰ ਪਛਾਣਿਆ ਜਾ ਸਕਦਾ, ਉਹੋ ਜਿਹਾ ਬਣ ਕੇ ਹੀ ਉਹਨੂੰ ਜਾਣਿਆ ਜਾ ਸਕਦਾ, ਹੋਰ ਕੋਈ ਤਰੀਕਾ ਵੀ ਨਹੀਂ। ਉਹ ਕੈਸਾ ਹੈ ਇਹ ਗੁਰਬਾਣੀ ਨੇ ਦੱਸਿਆ। ਫਿਰ ਉਹਦੇ ਵਰਗਾ ਕਿਵੇਂ ਬਣਨਾ ਹੈ ਵੀ ਗੁਰਬਾਣੀ ਨੇ ਦੱਸਿਆ ਕਿ ਉਹਨੂੰ ਸੇਵ ਕੇ, ਉਹਨੂੰ ਆਰਾਧ ਕੇ ਉਹਦੇ ਵਰਗਾ ਬਣਿਆ ਜਾ ਸਕਦਾ ਹੈ। ਤੇ ਫਿਰ ਆਪਣੇ ਆਪ ਨੂੰ ਪਛਾਣਨ ਵਾਲਾ ਉਹ ਆਪ ਹੀ ਹੈ। ਉਸ ਅਕਾਲ ਪੁਰਖ ਪਰਮੇਸ਼ਰ ਤੋਂ ਬਿਨਾਂ ਉਹਨੂੰ ਪਛਾਣਨ ਵਾਲਾ ਕੋਈ ਦੂਜਾ ਨਹੀਂ। ਯਾਨੀ ਕਿ ਜਿਹੜਾ ਉੱਥੇ ਪਹੁੰਚ ਗਿਆ ਉਸ ਨੂੰ ਜਾਣਨ ਵਾਲਾ, ਉਹਦੇ ਵਿੱਚ ਅਭੇਦ ਹੋ ਗਿਆ, ਉਹ ਉਸੇ ਦਾ ਰੂਪ ਹੋ ਗਿਆ। ਗੁਰਮਤੀ ਆਪ 부ਝਾਏਦਾ। ਗੁਰਮਤੀਆਂ ਨੂੰ, ਇੱਥੇ ਗੁਰਮਤੀ ਦਾ ਅਰਥ ਬਹੁ ਵਚਨ ਵਿੱਚ ਕੀਤਾ, ਗੁਰਮਤੀਆਂ ਨੂੰ ਜਿਨ੍ਹਾਂ ਨੇ ਗੁਰੂ ਦੀ ਮੱਤ ਧਾਰਨ ਕੀਤੀ ਹੋਈ ਹੈ, ਗੁਰੂ ਕੀ ਮੱਤ ਗ੍ਰਹਿਣ ਕੀਤੀ ਹੋਈ ਹੈ। ਗੁਰੂ ਕੀ ਮੱਤ ਧਾਰਨ ਕਰਨ ਵਾਲੇ ਜਿਤਨੇ ਗੁਰਮਤੀ ਨੇ ਉਹਨਾਂ ਨੂੰ ਹੇ ਵਾਹਿਗੁਰੂ ਤੂੰ ਆਪਣਾ ਆਪ 부ਝਾਇਆ ਹੈ, ਉਹਨਾਂ ਨੂੰ ਆਪਣਾ ਆਪ ਜਣਾਇਆ ਹੈ। ਪਾਤਾਲ ਪੁਰੀਆ ਲੋ ਆਕਾਰਾ, ਹੇ ਵਾਹਿਗੁਰੂ ਇਹ ਜਿਤਨਾ ਪਤਾਲ ਪੁਰੀਆਂ, ਜਿਤਨੇ ਲੋ, ਇਹ ਜਿੰਨਾ ਵੀ ਆਕਾਰ ਹੈ, ਤਿਸ ਵਿੱਚ ਵਰਤੈ ਹੁਕਮ ਕਰਾਰਾ। ਕਰਾਰਾ ਕਹਿੰਦੇ ਨੇ, ਪੰਜਾਬੀ ਦਾ ਸ਼ਬਦ ਹੈ ਗੁਰਮੁਖੀ ਦਾ ਕਰਾਰਾ। ਇਹਦਾ ਮਤਲਬ ਹੈ ਜ਼ਬਰਦਸਤ, ਕਰੜਾ। ਹੇ ਵਾਹਿਗੁਰੂ ਤੇਰਾ ਹੁਕਮ ਇਹਨਾਂ ਸਾਰਿਆਂ ਵਿੱਚ ਬੜਾ ਜ਼ਬਰਦਸਤ ਹੁਕਮ, ਬੜਾ ਕਰੜਾ ਹੁਕਮ ਇਹਨਾਂ ਸਾਰਿਆਂ ਵਿੱਚ ਵਰਤ ਰਿਹਾ। ਹੁਕਮ ਕੀ ਹੈ? ਮਹਾਪੁਰਸ਼ ਵਿਦਵਾਨ ਜਨ ਹੁਕਮ ਦੇ ਸੰਬੰਧ ਵਿੱਚ ਦੱਸਦੇ ਨੇ, ਹੁਕਮ ਹੁੰਦਾ ਕਿ ਆਪਣੀ ਮਰਜ਼ੀ ਕਿਸੇ ਕੋਲੋਂ ਮਨਾਉਣੀ, ਆਪਣੀ ਮਰਜ਼ੀ ਕਿਸੇ ਦੂਜੇ ਨੂੰ ਮਨਾਉਣੀ, ਉਹਨੂੰ ਹੁਕਮ ਕਹਿੰਦੇ ਨੇ। ਆਪਣੀ ਮਰਜ਼ੀ। ਹੁਕਮ ਜੋ ਹੈ ਇਹ ਪ੍ਰਮਾਤਮਾ ਦੀ ਮਰਜ਼ੀ ਆ, ਔਰ ਇਹ ਪ੍ਰਮਾਤਮਾ ਦੇ ਸਰੂਪ ਦੇ ਵਿੱਚ ਵਸਦੀ ਹੈ। ਇਹ ਮਰਜ਼ੀ ਪ੍ਰਮਾਤਮਾ ਦੇ ਨਿਜ ਸਰੂਪ ਵਿੱਚ ਵਸਦੀ ਹੈ। ਔਰ ਜਿਵੇਂ ਪ੍ਰਮਾਤਮਾ ਦਾ ਦੇਸ਼ ਕਾਲ ਵਸਤੂ ਨਹੀਂ ਹੈ, ਇਸੇ ਤਰ੍ਹਾਂ ਪ੍ਰਮਾਤਮਾ ਦੀ ਮਰਜ਼ੀ ਯਾਨੀ ਕਿ ਉਹਦੇ ਹੁਕਮ ਦਾ ਵੀ ਦੇਸ਼ ਕਾਲ ਵਸਤੂ ਨਹੀਂ ਹੈ। ਸਾਡੀ ਮਰਜ਼ੀ ਦਾ ਦੇਸ਼ ਕਾਲ ਵਸਤੂ ਹੈ। ਜੋ ਸਾਡੇ ਦਿਲ ਵਿੱਚ ਮਰਜ਼ੀ ਉੱਠਦੀ ਹੈ ਉਹਦਾ ਦੇਸ਼ ਵੀ ਹੈ, ਕਾਲ ਵੀ ਹੈ, ਵਸਤੂ ਵੀ ਹੈ। ਕਿਉਂ? ਕਿਉਂਕਿ ਸਾਡੇ ਸਰੀਰਾਂ ਦਾ ਦੇਸ਼ ਕਾਲ ਵਸਤੂ ਹੈ।
ਸਾਡੀ ਮਰਜ਼ੀ ਕੁਝ ਦਾਇਰੇ 'ਚ ਚੱਲ ਸਕਦੀ ਹੈ, ਕੁਝ ਪਰਿਵਾਰ 'ਚ ਚੱਲ ਸਕਦੀ ਹੈ, ਕੁਝ ਇਲਾਕੇ 'ਚ ਚੱਲ ਸਕਦੀ ਹੈ, ਕੁਝ ਜੀਆਂ ਤੇ ਚੱਲ ਸਕਦੀ ਹੈ, ਕਿਉਂਕਿ ਦੇਸ਼ ਕਾਲ ਵਸਤੂ ਵਾਲੀ ਹੈ। ਪਰ ਪ੍ਰਮਾਤਮਾ ਦੀ ਮਰਜ਼ੀ ਦਾ ਕੋਈ ਦੇਸ਼ ਕਾਲ ਵਸਤੂ ਨਹੀਂ ਹੈ। ਇਸ ਕਰਕੇ ਉਹਦੀ ਇਸ ਮਰਜ਼ੀ ਨੂੰ ਹੁਕਮ ਕਿਹਾ, ਔਰ ਇਸ ਹੁਕਮ ਦੇ ਸੰਬੰਧ ਵਿੱਚ ਗੁਰਬਾਣੀ ਕਹਿੰਦੀ ਪ੍ਰਮਾਤਮਾ ਦਾ ਹੁਕਮ ਅਪਾਰ ਹੈ। ਉਹਦੇ ਹੁਕਮ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਹਦਾ ਹੁਕਮ ਵੀ ਉਸੇ ਦਾ ਸਰੂਪ ਹੈ। ਉਹਦੀ ਮਰਜ਼ੀ ਉਹਦੇ ਵਿੱਚ ਵਰਤ ਰਹੀ ਹੈ, ਉਹਦੇ ਵਿੱਚ ਵਸਦੀ ਹੈ, ਉਹਦੇ ਵਿੱਚ ਰਹਿੰਦੀ ਹੈ। ਇਸ ਕਰਕੇ ਉਹਦਾ ਹੁਕਮ ਵੀ ਅਪਾਰ ਹੈ। ਨਹੀਂ ਕਿਹਾ ਜਾ ਸਕਦਾ ਕਿ ਉਹਦਾ ਹੁਕਮ ਕਿਤਨੇ ਵਿਸਥਾਰ ਵਾਲਾ। ਹੁਕਮ ਨਾ ਕਹਿਆ ਜਾਏ, ਧੰਨ ਗੁਰੂ ਨਾਨਕ ਸਾਹਿਬ। ਉਹਦੇ ਹੁਕਮ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਹਦਾ ਹੁਕਮ ਵੀ ਉਸੇ ਦਾ ਸਰੂਪ ਹੈ। ਔਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਉਹ ਕਰਾਰਾ ਹੁਕਮ ਜਿਤਨੇ ਲੋ ਆਕਾਰ ਪਤਾਲ ਨੇ ਸਭ ਵਿੱਚ ਵਰਤ ਰਿਹਾ ਹੈ। ਕਰਾਰਾ ਸ਼ਬਦ ਕਿਉਂ ਵਰਤਿਆ? ਕਿਉਂਕਿ ਜੇ ਪ੍ਰਮਾਤਮਾ ਦਾ ਕਰੜਾ ਹੁਕਮ ਨਾ ਹੋਵੇ, ਪਾਣੀ ਧਰਤੀ ਨਾਲੋਂ ਜ਼ਿਆਦਾ ਹੈ, ਕਦੋਂ ਦਾ ਧਰਤੀ ਨੂੰ ਆਪਣੇ ਵਿੱਚ ਗਾਲ ਕੇ ਖਤਮ ਕਰ ਦਿੰਦਾ ਹੈ। ਅੱਗ ਲੱਕੜੀ ਵਿੱਚ ਰਹਿੰਦੀ ਹੈ, ਹਾਲਾਂਕਿ ਅੱਗ ਲੱਕੜੀ ਨੂੰ ਸਾੜ ਕੇ ਸਵਾਹ ਕਰ ਦਿੰਦੀ। ਜਿੰਨੀ ਬਨਸਪਤੀ ਹੈ ਸਾਰੀ ਵਿੱਚ ਅੱਗ ਹੈ, ਸਾਰੀ ਬਸੰਤਰ ਦੇ ਵਿੱਚ ਅੱਗ, ਸਾਰੀ ਬਨਸਪਤੀ ਵਿੱਚ ਅੱਗ ਹੈ, ਬਸੰਤਰ ਹੈ। ਪਰ ਜੇ ਅਕਾਲ ਪੁਰਖ ਦਾ ਕਰਾਰਾ ਹੁਕਮ ਨਾ ਹੋਵੇ ਤੇ ਇਹ ਅੱਗ ਕਦੋਂ ਦੀ ਬਨਸਪਤੀ ਨੂੰ ਸਾੜ ਕੇ ਸਵਾਹ ਕਰ ਦਿੰਦੀ। ਇਹ ਪ੍ਰਮਾਤਮਾ ਦਾ ਕਰਾਰਾ ਹੁਕਮ ਹੀ ਵਰਤ ਰਿਹਾ ਕਿ ਸੂਰਜ ਆਪਣੇ ਸਮੇਂ ਮੁਤਾਬਕ ਚੜ੍ਹਦਾ ਹੈ, ਔਰ ਇਹਦੀ ਰੋਸ਼ਨੀ, ਇਹਦੀ ਲੋ ਔਰ ਇਹਦਾ ਤੇਜ ਇੰਨਾ ਜ਼ਿਆਦਾ ਕਿ ਆਪਣੇ ਤੇਜ ਨਾਲ ਸਭ ਨੂੰ ਸਾੜ ਸਕਦਾ ਹੈ। ਪਰ ਉਹਦੇ ਕਰਾਰੇ ਹੁਕਮ ਦੇ ਵਿੱਚ ਬੱਝਾ ਹੋਇਆ ਇਹ ਬੜੇ ਸੰਜਮ ਵਿੱਚ, ਧੈਰਿਆ ਵਿੱਚ ਚੱਲ ਰਿਹਾ ਹੈ। ਸਮੁੰਦਰ ਧਰਤੀ ਨਾਲੋਂ 16 ਕੋ ਉੱਚਾ ਹੈ। ਸਮੁੰਦਰ ਧਰਤੀ ਨਾਲੋਂ ਜਦੋਂ ਉੱਥੇ ਜਾ ਕੇ ਖਲੋ ਕੇ ਕਿਨਾਰੇ ਤੇ ਵੇਖੋ ਵੀ 16 ਕੋ ਉੱਚਾ, ਇਤਨਾ ਪਾਣੀ ਹੈ ਕਿ ਸਾਰੀ ਧਰਤੀ ਨੂੰ ਆਪਣੇ ਚ ਜਜ਼ਬ ਕਰ ਸਕਦਾ ਹੈ। ਪਰ ਉਸ ਸਾਗਰ ਪੰਡਾ ਪਾਇਆ, ਉਹਨੂੰ ਵੀ ਪ੍ਰਮਾਤਮਾ ਨੇ ਆਪਣੇ ਹੁਕਮ ਦੇ ਕਰਾਰੇ ਹੁਕਮ ਦੀ ਪੰਡ ਵਿੱਚ ਪਾਇਆ ਹੋਇਆ ਕਿ ਨਿਰੰਕਾਰ ਦੇ ਹੁਕਮ ਦੇ ਵਿੱਚ ਬੱਝਾ ਹੋਇਆ ਆਪਣੇ ਸੰਜਮ ਵਿੱਚ ਕਿਨਾਰੇ ਵਿੱਚ ਰਹਿੰਦਾ। ਤੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜੋ ਹੁਕਮ ਹੈ ਉਹ ਬੜਾ ਕਰਾਰਾ ਹੈ, ਭਾਵ ਜ਼ਬਰਦਸਤ ਹੁਕਮ ਹੈ ਉਹਦਾ, ਜੋ ਸੰਸਾਰ ਦੇ ਸਾਰੇ ਜੀਵਾਂ ਵਿੱਚ, ਲੋਕਾਂ ਵਿੱਚ, ਪਤਾਲਾਂ ਵਿੱਚ, ਹਰ ਥਾਂ ਤੇ ਵਰਤ ਰਿਹਾ ਹੈ। ਹੁਕਮੇ ਸਾਜੇ ਹੁਕਮੇ ਢਾਹੇ, ਹੁਕਮੇ ਮੇਲ ਮਿਲਾਏ ਦਾ। ਉਹ ਆਪਣੇ ਹੁਕਮ 'ਚ ਸਾਰੇ ਸੰਸਾਰ ਨੂੰ ਸਾਜਦਾ। ਹੁਕਮੈ ਅੰਦਰ, ਹੁਕਮੈ ਹੋਵਨ, ਹੁਕਮੀ ਹੋਵਨ ਆਕਾਰ। ਉਹਦੇ ਹੁਕਮ ਦੇ ਵਿੱਚ ਇਹ ਸਾਰਾ ਆਕਾਰ ਬਣਿਆ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰਿਆਓ। ਆਪਣੀ ਰਸਨਾ ਤੋਂ ਹੁਕਮ ਹੀ ਕੀਤਾ ਮੈਂ ਇੱਕ ਤੋਂ ਬਹੁ ਰੂਪ ਹੋ ਜਾਵਾਂ, ਤੇ ਸਾਰਾ ਸੰਸਾਰ ਬਣ ਗਿਆ। ਹੁਕਮ ਦੇ ਵਿੱਚ ਸਾਰਾ ਕੁਝ ਬਣਾਉਂਦਾ ਹੈ ਔਰ ਆਪਣੇ ਹੁਕਮ ਨਾਲ ਹੀ ਸਾਰਾ ਕੁਝ ਢਾ ਦਿੰਦਾ ਹੈ, ਆਪਣੀ ਮਰਜ਼ੀ ਨਾਲ। ਹੁਕਮ ਦਾ ਮਤਲਬ ਮਰਜ਼ੀ, ਉਹਦੀ ਆਪਣੀ ਸਵੈ ਇੱਛਾ, ਜੋ ਸਾਰੇ ਸੰਸਾਰ ਦੇ ਜੀਵਾਂ ਕੋਲੋਂ ਮਨਾਉਂਦਾ ਹੈ। ਔਰ ਉਹਦੀ ਮਰਜ਼ੀ ਕਿਸੇ ਇੱਕ ਦੇਸ਼ ਵਿੱਚ ਨਹੀਂ ਚੱਲਦੀ, ਉਹਦੀ ਮਰਜ਼ੀ ਸੰਸਾਰ ਦੀ ਸਮਸਤ ਬ੍ਰਹਿਮੰਡ ਵਿੱਚ, ਪੂਰੇ ਵਿਸ਼ਵ ਭਰ ਦੇ ਵਿੱਚ ਵਰਤਦੀ ਹੈ। ਇਸ ਕਰਕੇ ਉਹਦਾ ਹੁਕਮ ਬੜਾ ਵਿਸ਼ਾਲ ਹੈ। ਉਹਦੇ ਹੁਕਮ ਦਾ ਦਾਇਰਾ ਸੀਮਤ ਨਹੀਂ ਹੈ, ਕਿਉਂਕਿ ਉਹਦੀ ਆਪਣੀ ਸੀਮਾ ਨਹੀਂ, ਇਸ ਕਰਕੇ ਉਹਦੇ ਹੁਕਮ ਦੀ ਵੀ ਕੋਈ ਸੀਮਾ ਨਹੀਂ। ਔਰ ਆਪਣੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਢਾ ਦਿੰਦਾ, ਖਤਮ ਕਰ ਦਿੰਦਾ। ਹੁਕਮੇ ਮੇਲ ਮਿਲਾਏਂਦਾ, ਹੁਕਮ ਕਰਦਾ ਹੈ ਤੇ ਜੀਵਾਂ ਨੂੰ ਸਤ ਸੰਗਤ ਦੇ ਨਾਲ ਮਿਲਾ ਦਿੰਦਾ ਹੈ। ਉਹਦੇ ਹੁਕਮ ਦੇ ਨਾਲ ਹੀ ਜੀਵ ਸਤ ਸੰਗਤ ਵਿੱਚ ਮਿਲਦੇ ਨੇ, ਸਤ ਸੰਗਤ ਵਿੱਚ ਇਕੱਤਰ ਹੁੰਦੇ ਹਨ। ਹੁਕਮੈ ਬੂਝੈ ਸੋ ਹੁਕਮ ਸਲਾਹੇ। ਜਿਹੜੇ ਉਹਦੇ ਹੁਕਮ ਨੂੰ ਬੁੱਝ ਲੈਂਦੇ ਨੇ ਉਹ ਉਹਦੇ ਹੁਕਮ ਦੇ ਵਿੱਚ ਸਮਾ ਜਾਂਦੇ ਨੇ। ਉਹਦੇ ਹੁਕਮ ਨੂੰ ਬੁੱਝ ਕੇ ਫਿਰ ਉਹਦੇ ਹੁਕਮ ਦੀ ਸ਼ਲਾਘਾ ਕਰਦੇ ਨੇ, ਕਹਿੰਦੇ ਵਾਹ ਦਾਤਿਆ ਤੇਰਾ ਹੁਕਮ ਅਪਾਰ ਹੈ, ਤੇਰਾ ਹੁਕਮ ਅਪਾਰ ਹੈ। हे ਵਾਹਿਗੁਰੂ ਤੇਰਾ ਹੁਕਮ ਅਪਾਰ ਹੈ, ਪਾਰਾਵਾਰ ਤੋਂ ਰਹਿਤ ਹੈ। ਜਿਹੜੇ ਉਹਦੇ ਹੁਕਮ ਨੂੰ ਬੁੱਝ ਲੈਂਦੇ ਨੇ ਫਿਰ ਉਹਦੇ ਹੁਕਮ ਨੂੰ ਸਲਾਉਂਦੇ ਹਨ। ਅਗਮ ਅਗੋਚਰ ਵੇ ਪਰਵਾਹੇ। हे ਵਾਹਿਗੁਰੂ ਤੂੰ ਅਗੰਮ ਹੈ, ਅਗੋਚਰ ਹੈ,
ਬੇਪਰਵਾਹ ਹੈ। ਲਾਪਰਵਾਹ ਤੇ ਬੇਪਰਵਾਹ ਦੋ ਵੱਖਰੇ ਵੱਖਰੇ ਸ਼ਬਦ ਨੇ। ਹੇ ਵਾਹਿਗੁਰੂ ਤੂੰ ਲਾਪਰਵਾਹ ਨਹੀਂ, ਤੂੰ ਬੇਪਰਵਾਹ ਹੈ। ਕੋਈ ਕੁਝ ਪਿਆ ਕਹੇ, ਤੇਰੀ ਕੋਈ ਸਿਫਤ ਕਰਦਾ ਤੇ ਭਾਵੇਂ ਤੇਰੀ ਕੋਈ ਆਲੋਚਨਾ ਕਰ ਦੇਵੇ, ਭਾਵੇਂ ਕੋਈ ਨਿੰਦਾ ਕਰ ਦੇਵੇ, ਤੂੰ ਇੱਕੋ ਜਿਹਾ ਰਹਿਣਾ, ਬੇਪਰਵਾਹ। ਆਪਣੀ ਨਿੰਦਾ ਸੁਣ ਕੇ ਵੀ, ਆਪਣੀ ਉਸਤਤ ਸੁਣ ਕੇ ਵੀ ਇੱਕੋ ਜਿਹਾ ਰਹਿਣਾ। ਇਸ ਕਰਕੇ ਹੇ ਵਾਹਿਗੁਰੂ ਤੂੰ ਬੇਪਰਵਾਹ ਹੈ। जेहि मत देह सो होवै, तू आपे शब्द बुझाएदा। हे वाहिगुरु जी, ਜਿਹੋ ਜੀ ਮਤ ਕਿਸੇ ਸੰਸਾਰ ਦੇ ਜੀਵਾਂ ਨੂੰ ਤੁਸੀਂ ਦਿੰਦੇ ਹੋ, ਉਹਦੇ ਅੰਦਰ ਉਸੇ ਤਰ੍ਹਾਂ ਦੀ ਮਤ ਉਤਪੰਨ ਹੁੰਦੀ ਹੈ। ਤੁਸੀਂ ਆਪਣੇ ਸ਼ਬਦ ਦੁਆਰਾ, ਤੂੰ ਆਪੇ ਸ਼ਬਦ, ਆਪਣੇ ਸ਼ਬਦ ਦੁਆਰਾ ਆਪਣਾ ਸਰੂਪ ਬੁਝਾਉਂਦਾ ਹੈ, ਆਪਣਾ ਸਵਰੂਪ ਜਣਾਉਂਦਾ ਹੈ। ਅਨ ਦਿਨ ਆਰਜਾ ਛਿਜਦੀ ਜਾਏ, ਰਾਤ ਦਿਨ ਕਰਕੇ ਜਿਹੜੀ ਇਹ ਉਮਰ ਹੈ ਛਿਜਦੀ ਜਾ ਰਹੀ ਹੈ, ਘਟਦੀ ਜਾ ਰਹੀ ਹੈ। ਰਹਿਣ ਦਿਨਸ ਦੋਏ ਸਾਖੀ ਆਏ। ਔਰ ਇਸ ਗੱਲ ਦੀ ਗਵਾਹੀ ਰਾਤ ਦਿਨ ਜਿਹੜੇ ਬੀਤ ਗਏ ਨੇ ਉਹ ਖੁਦ ਦੇ ਰਹੇ ਨੇ। ਖੁਦ ਰਾਤ ਦਿਨ ਬੀਤੇ ਹੋਏ ਕਹਿ ਰਹੇ ਨੇ ਕਿ ਤੇਰੀ ਉਮਰ ਘਟ ਰਹੀ ਹੈ। ਜਾਂ ਇਸ ਤਰ੍ਹਾਂ ਕਹਿ ਲਈਏ ਕਿ ਰਾਤ ਤੇ ਦਿਨ ਦੋਵੇਂ ਸਾਖੀ ਬਣ ਕੇ ਤੇਰੀ ਗਵਾਹੀ ਦੇ ਰਹੇ ਨੇ ਤੇਰੇ ਚੰਗੇ ਤੇ ਮਾੜੇ ਕਰਮਾਂ ਦੀ। ਮਨ ਮੁਖ ਅੰਧ ਨਾ ਚੇਤੈ ਮੂੜਾ, ਸਿਰ ਉਪਰ ਕਾਲ ਰੁਆਏਦਾ। ਮਨਮੁਖ ਅੰਨਾ ਹੈ, ਅਗਿਆਨਤਾ ਦੇ ਹਨੇਰੇ ਵਿੱਚ ਮੂਰਖ ਹੈ ਔਰ ਪਰਮੇਸ਼ਰ ਨੂੰ ਨਹੀਂ ਚੇਤਦਾ। ਉਹ ਨਹੀਂ ਜਾਣਦਾ ਕਿ ਕਾਲ ਉਹਦੇ ਸਿਰ ਤੇ ਖੜਾ ਉਹਨੂੰ ਪੁਕਾਰ ਰਿਹਾ ਹੈ। ਰੁਆਏ ਦਾ ਮਤਲਬ ਹੁੰਦਾ ਪੁਕਾਰ ਕਰਨਾ, ਕਿ ਕਾਲ ਉਹਦੇ ਸਿਰ ਤੇ ਖੜਾ ਉਹਨੂੰ ਪੁਕਾਰ ਰਿਹਾ, ਆਵਾਜ਼ਾਂ ਮਾਰ ਰਿਹਾ ਹੈ। ਮਨ ਤਨ ਸੀਤਲ ਗੁਰ ਚਰਣੀ ਲਾਗਾ, ਜਿਹੜੇ ਗੁਰੂ ਚਰਨਾਂ ਨਾਲ ਲੱਗ ਗਏ ਉਹਨਾਂ ਦਾ ਮਨ ਔਰ ਉਹਨਾਂ ਦਾ ਤਨ ਦੋਵੇਂ ਸ਼ੀਤਲ ਹੋ ਗਏ। ਅੰਤਰ ਭਰਮ ਗਿਆ ਭਉ ਭਾਗਾ, ਉਹਨਾਂ ਦੇ ਅੰਦਰੋਂ ਭਰਮ ਚਲਾ ਗਿਆ, ਭਉ ਨਸ ਗਿਆ। ਉਹਨਾਂ ਗੁਰਮੁਖਾਂ ਦੇ ਅੰਦਰ ਨਾ ਕਿਸੇ ਤਰ੍ਹਾਂ, ਕਿਉਂਕਿ ਭਰਮ ਤੋਂ ਹੀ ਭਉ ਪੈਦਾ ਹੁੰਦਾ ਹੈ, ਡਰ। ਰੱਸੀ ਵਿੱਚ ਜਦੋਂ ਭਰਮ ਕਰਕੇ ਸੱਪ ਦਿਸਦਾ ਹੈ, ਹਨੇਰੇ ਵਿੱਚ ਪਈ ਰੱਸੀ ਜਦੋਂ ਸੱਪ ਨਜ਼ਰ ਆਉਂਦੀ ਹੈ, ਭਰਮ ਹੈ। ਉਸੇ ਭਰਮ ਕਰਕੇ ਡਰ ਪੈਦਾ ਹੋ ਗਿਆ ਵੀ ਹਾਏ ਸੱਪ ਪਿਆ, ਕਿਉਂਕਿ ਭਰਮ ਨੇ ਹੀ ਭੈ ਪੀਤ ਕਰਨਾ। ਜਦੋਂ ਸਤਿਗੁਰਾਂ ਨੇ ਭਰਮ ਹੀ ਕੱਢ ਦਿੱਤਾ ਤੇ ਫਿਰ ਭਉ ਵੀ ਨਿਰਵਿਰਤ ਹੋ ਗਿਆ, ਭਉ ਵੀ ਹਿਰਦੇ ਚੋਂ ਚਲਾ ਗਿਆ। ਸਦਾ ਆਨੰਦ ਸੱਚੇ ਗੁਣ ਗਾਵਹਿ, ਸੱਚ ਬਾਣੀ ਬੋਲਾਏਦਾ। ਸਦਾ ਉਹਨਾਂ ਦੇ ਹਿਰਦੇ ਵਿੱਚ ਆਨੰਦ ਹੈ ਜਿਹੜੇ ਸੱਚੇ ਦੇ ਗੁਣਾਂ ਨੂੰ ਗਾਉਂਦੇ ਨੇ। ਔਰ ਉਹ ਆਪ ਜਿੱਥੇ ਸੱਚੇ ਦੇ ਗੁਣਾਂ ਨੂੰ ਗਾਉਂਦੇ ਨੇ, ਉੱਥੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸੱਚੀ ਬਾਣੀ ਹੋਰਾਂ ਕੋਲੋਂ ਵੀ ਬੁਲਾਉਂਦੇ ਨੇ ਕਿ ਭਾਈ ਤੁਸੀਂ ਵੀ ਪੜੋ। ਆਪ ਪੜ੍ਹਦੇ ਨੇ ਤੇ ਹੋਰਨਾਂ ਨੂੰ ਵੀ ਪੜ੍ਹਨ ਵਾਸਤੇ ਪ੍ਰੇਰਿਤ ਕਰਦੇ ਨੇ। 8 ਪਦੇ ਇੱਥੇ ਸਮਾਪਤ ਹੋਏ ਨੇ। ਮੈਨੂੰ ਸਿੰਘ ਸਾਹਿਬ ਜੀ ਨੇ ਹਦਾਇਤ ਕਰ ਦਿੱਤੀ ਸੀ ਕਿ 8 ਪਦਿਆਂ ਦੀ ਵਿਚਾਰ ਕਰਨੀ ਹੈ। ਸ਼ਬਦ ਵਿਸਥਾਰ ਵਾਲਾ ਸੀ, ਪਰ ਕੇਵਲ ਅੱਖਰੀ ਅਰਥ ਹੀ ਆਪ ਸਾਰੀ ਸੰਗਤ ਨਾਲ ਸਾਂਝੇ ਕਰ ਸਕੇ ਹਾਂ। ਆਓ ਕੱਲ ਦੀ ਹਾਜ਼ਰੀ ਇੱਕ ਦਿਨ ਦੀ ਹੋਰ ਮਹਾਰਾਜ ਜੀ ਦੇ ਚਰਨਾਂ ਵਿੱਚ ਹੈ। ਸਮਾਪਤੀ ਦੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਅੰਤਰ ਭਰਮ ਗਿਆ ਭਉ ਭਾਗਾ, ਸਦਾ ਆਨੰਦ ਸਭੇ ਗੁਣ ਗਾਵਹਿ, ਸਚ ਬਾਣੀ ਬੋਲਾਏਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।